ਆਪਾਂ ਦੁਨੀਆ ਦੇ ਕਿਸੇ ਕੰਮ ਵੱਲ ਵੀ ਖਿਆਲ ਕਰ ਲਈਏ, ਵਿਦਵਾਨਾਂ ਨੇ ਉਹਦੇ 3 ਪੱਖ ਦੱਸੇ ਹਨ। ਪਹਿਲਾ ਕਾਰਨ, ਦੂਜੀ ਘਟਨਾ ਤੇ ਤੀਜਾ ਨਤੀਜਾ। ਅੱਜ ਦਾ ਜੋ ਸਮਾਗਮ ਹੈ ਨਾ, ਇਹਦਾ ਕਾਰਨ ਇਹ ਹੈ ਬਾਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਨ। ਇਹਦੇ ਅੱਖਰੀ ਅਰਥ ਵਿਦਵਾਨਾਂ ਨੇ ਕੀਤੇ ਨੇ। ਬਾਬਿਆਂ ਦੀਆਂ ਕਹਾਣੀਆਂ ਨੂੰ ਸੁਣ ਕੇ, ਬਾਬਿਆਂ ਦੀਆਂ ਕਹਾਣੀ ਨੂੰ ਵਿਚਾਰ ਕਰਕੇ ਪੁੱਤ ਸਪੁੱਤ ਬਣ ਜਾਂਦੇ ਹਨ। ਅੱਗੇ ਪੁੱਤ ਦੀਆਂ 3 ਕੈਟਾਗਰੀਆਂ ਦੱਸਦੇ ਨੇ। ਜੋ ਬਾਪ ਕੋਲੋਂ ਮਿਲਿਆ ਉਹਦੇ ਚ ਆਪਣੀ ਜ਼ਿੰਦਗੀ ਨੂੰ ਪੂਰੀਆਂ ਕਰਕੇ ਬੰਦਾ ਤੁਰ ਗਿਆ, ਉਹਨੂੰ ਕਹਿੰਦੇ ਨੇ ਪੁੱਤ। ਬਾਪ ਬੜਾ ਨੇਕ ਹੈ, ਬੜਾ ਮਾਨ ਸਨਮਾਨ ਹੈ, ਲੇਕਿਨ ਪੁੱਤ ਦੀ ਮਿਹਰਬਾਨੀ ਕਰਕੇ ਪੁੱਤ ਨੇ ਘਟੀਆ ਕੰਮ ਕੀਤਾ ਤੇ ਬਾਪ ਦੀ ਪੱਗ ਨੀਵੀਂ ਹੋ ਗਈ, ਉਹਨੂੰ ਕਹਿੰਦੇ ਨੇ ਕਪੁੱਤ। ਲੇਕਿਨ ਬਾਪ ਨੂੰ ਜਾਣਦਾ ਕੋਈ ਨਹੀਂ, ਉਹਦੇ ਘਰ ਨੇਕ ਪੁੱਤਰ ਹੋਇਆ ਤੇ ਉਹਨੂੰ ਜਾਣਨ ਲੱਗ ਪਏ, ਉਹਨੂੰ ਕਹਿੰਦੇ ਸਪੁੱਤਰ। ਇਸ ਕਰਕੇ ਬਾਬੇ ਤੋਂ ਭਾਵ ਹੈ ਬਜ਼ੁਰਗਾਂ ਦੀਆਂ ਕਹਾਣੀਆਂ ਦੇ ਨਾਲ ਅਸੀਂ ਉਹਨਾਂ ਤੋਂ ਪ੍ਰੇਰਨਾ ਲੈ ਕਰਕੇ, ਸੇਧ ਲੈ ਕਰਕੇ ਆਪਣੇ ਆਪ ਨੂੰ ਸਪੁੱਤਰ ਬਣਾ ਲੈਂਦੇ ਹਾਂ। ਬਾਬਾ ਲਫ਼ਜ਼ ਈਰਾਨੀ ਭਾਸ਼ਾ ਦਾ ਸ਼ਬਦ ਹੈ। ਬਾਬੇ ਦਾ ਭਾਵ ਹੈ ਬਜ਼ੁਰਗ। ਯਾਦ ਰੱਖਣਾ, ਬਜ਼ੁਰਗ ਉਮਰ ਕਰਕੇ ਕੋਈ ਨਹੀਂ। ਅਕੋਰਡਿੰਗ ਟੂ ਗੁਰੂ ਕੀ ਬਾਣੀ, ਬਜ਼ੁਰਗ ਕੰਮਾਂ ਕਰਕੇ ਬਣਦਾ, ਉਮਰ ਕਰਕੇ ਨਹੀਂ। ਸਾਡੇ ਕੋਲ ਆਧਾਰ ਨੇ, ਤੁਹਾਡੇ ਲਾਗੇ ਫਤਿਹਗੜ੍ਹ ਸਾਹਿਬ ਹੈ, 7 ਸਾਲ ਤੇ 9 ਸਾਲ ਉਮਰ ਹੈ ਗੁਰੂ ਕੇ ਸਾਹਿਬਜ਼ਾਦਿਆਂ ਦੀ। ਲੇਕਿਨ ਆਪਾਂ ਜਦੋਂ ਵੀ ਕਹਿੰਦੇ ਆਪਾਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਹਿੰਦੇ ਹਾਂ। ਗੁਰਦੁਆਰੇ ਸਾਹਿਬਾਂ ਦੇ ਵਿੱਚ 2 ਟਾਈਮ ਤੇ ਆਪਾਂ 2 ਬਾਣੀਆਂ ਪੜ੍ਹਦੇ ਹਾਂ। ਸਵੇਰੇ ਆਸਾ ਦੀ ਵਾਰ, ਸ਼ਾਮ ਦੇ ਟਾਈਮ ਤੇ ਰਹਿਰਾਸ ਸਾਹਿਬ ਦਾ ਪਾਠ। ਲੇਕਿਨ ਉਹ ਪੌੜੀ ਇੰਨੀ ਇੰਪੋਰਟੈਂਟ, ਇੰਨੀ ਜ਼ਰੂਰੀ ਕਿ ਉਹ ਦੋਵੇਂ ਟਾਈਮ ਤੇ ਪੜ੍ਹੀ ਜਾਂਦੀ ਹੈ। ਆਸਾ ਦੀ ਵਾਰ ਦਾ ਭੋਗ ਪੈਂਦਾ ਤੇ ਗੁਰਮੁਖ ਪੜ੍ਹਦੇ ਨੇ, ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਸ਼ਾਮ ਦੇ ਟਾਈਮ ਤੇ ਰਹਿ ਰਾਸ ਪਾਠ ਦੇ ਆਰੰਭ ਤੋਂ ਪਹਿਲਾਂ ਪੌੜੀ ਪੜ੍ਹੀ ਜਾਂਦੀ। ਬਾਪ ਨੂੰ ਦੁਸ਼ਟ, ਲੇਕਿਨ ਬੇਟੇ ਨੂੰ ਸਤ ਤੇ ਭਗਤ ਕਰਕੇ ਲਿਖਿਆ। ਹਰਨਾਕਸ਼ ਦੁਸ਼ਟ ਹਰ ਮਾਰਿਆ। ਔਰ ਇਹ ਘਟਨਾ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਨਹੀਂ, ਵੱਖ-ਵੱਖ ਖਾਨਦਾਨਾਂ ਨਾਲ ਸੰਬੰਧਿਤ ਨਹੀਂ। 1-2 ਪਰਿਵਾਰ ਦੇ ਮੈਂਬਰਾਂ ਦਾ ਜ਼ਿਕਰ ਹੈ, ਇੱਕ ਪਰਿਵਾਰ ਦੇ 2 ਮੈਂਬਰਾਂ ਦਾ ਜ਼ਿਕਰ ਹੈ, ਪਿਓ ਤੇ ਪੁੱਤ। ਲੇਕਿਨ ਪਿਓ ਨੂੰ ਦੁਸ਼ਟ ਆਖਿਆ ਗਿਆ ਤੇ ਪੁੱਤ ਨੂੰ ਸੰਤ ਆਖਿਆ ਗਿਆ। ਦੁਸ਼ਟ ਆਖਣ ਦਾ ਕਾਰਨ ਕੀ ਹੈ? ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਬਾਝਦੇ ਹਾਂ, ਮੁਤਾਲਿਆ ਕਰਦੇ ਹਾਂ, ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਸਾਰਿਆਂ ਤੋਂ ਵੱਡਾ ਰੋਗ ਹੰਕਾਰ ਦਾ ਬਣਿਆ। ਆਪਾਂ 84 ਲੱਖ ਜੂਨ ਦਾ ਵੇਰਵਾ ਪੜ੍ਹਦੇ ਤੇ ਸੁਣਦੇ ਹਾਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲ ਨੇ, ਕਾਮ ਰੋਗ ਮੈਗਲ ਬਸ ਕੀਨਾ, ਹਉਮੈ ਰੋਗ ਮਨੁੱਖੋ ਦੀਨਾ। 84 ਲੱਖ ਜੂਨ ਵਿੱਚ ਸਭ ਤੋਂ ਵਕਾਰੀ ਹਾਥੀ ਤੇ ਸਭ ਤੋਂ ਹੰਕਾਰੀ ਬੰਦਾ। ਔਰ ਗੁਰੂ ਬਾਬਾ ਇਹ ਵੀ ਕਹਿੰਦਾ ਹਉਮੈ ਦੀਰਘ ਰੋਗ ਹੈ। ਤੇ ਅੱਗੇ ਨਾਲ ਉਹਦਾ ਦਾਰੂ ਪੀ ਸਮਾਏ। ਮੈਨੂੰ ਕਿਸੇ ਗੁਰਮੁਖ ਨੇ ਸਵਾਲ ਕੀਤਾ ਵੀ ਗਿਆਨੀ ਜੀ, ਨਾਲੇ ਗੁਰੂ ਬਾਬੇ ਨੇ ਆਖਿਆ ਵੀ ਇਹ ਹਉਮੈ ਦੀਰਘ ਰੋਗ ਹੈ, ਤੇ ਨਾਲੇ ਆਖਿਆ ਦਾਰੂ ਦੀ 2 ਚੀਜ਼ਾਂ ਕਿਵੇਂ? ਇਹਦਾ ਜਵਾਬ ਇਹ ਹੈ, 2 ਤਰ੍ਹਾਂ ਦੀ ਹਉਮੈ ਹੈ। ਇੱਕ ਸ਼ੁੱਧ ਹਉਮੈ, ਇੱਕ ਮੈਲੀ ਹਉਮੈ। ਮੈਂ ਗਿਆਨੀ,
मैं दानी मैं ध्यानी, ये मैली होवे मैली। लेकिन इस गल का माण होना भी मैं गुरु गोबिंद सिंह सच्चे पातशाह का सिख हाँ, मैनू कलगीधर पातशाह दे पूर्ण विश्वास है, मैं सचखंड नूं जाना ही जाना। इनू कहंदे शुद्ध होवे, अपने ते माण नहीं पर गुरु ते माण है, इनू शुद्ध होवे कहंदे। चार वेदां दा तुसीं किते मुतालिया करो, चार वेदां दे चार महावाक ने, आयं आत्म ब्रह्म तत्वं से प्रज्ञानमानंद अंग ब्रह्म अस्मि। इन्हां चार महावाकां दा अर्थ है कि मैं ही रब हाँ। ये मैं गल तां कीती है, कई वीर साडे ते सवाल करते ने ज्ञानी जी वेद मान ज्ञान का भंडार ने, पर उन्हां दे तुसीं कहंदे भी बाणी गुरु ग्रंथ सच्चे पातशाह कल्याण करेगा वड्डा है, इहदे च की वड्डा पुणा है? इहदे च वड्डा पुणा भी इत्थे मैं है नहीं। चार महावाकां दा अर्थ है मैं ही रब हाँ, लेकिन गुरु ग्रंथ सच्चे पातशाह ने मैं तो बचा करके सानू तू वाले पासे वल लाया। तू, क्योंकि जब हम होते तब तू ना ही, अब तू ही बनाई। जिन्ना चिर मैं है उन्ना चिर तू नहीं आवेगा, जदों तू आ गया उदों मैं नहीं रहनी। आसा दी वार गुरमुख प्यारी कीर्तन करते रागी सिंह वो पंक्तियां पढ़ते होंदे ने कि गुरु के सिखा पहला अपना अंदर खाली कर, जिन्ना चिर वस्तु अंदर वस्त संभावे दूजी होवे पास। भांडे में चीज तां पवेगी, पहला भांडे नूं खाली कर, ते भांडा भरिया पिया मैं नाल। जिन्ना चिर मैं ना निकली उन्ना चिर तू नहीं आउणा। ये ख्याल मैं तां कीते दिते ने। वो मैं दा शिकार है, उन्होंने दुष्ट आख्या, लेकिन पुत्र ने आख्या पिता जी तुसी मेरे पिता हो सकते पर तुसी रब नहीं। जिन्हें बेबे जी नूं पैदा किया, जिन्हें दादा जी नूं पैदा किया, दादी जी नूं, रब वो है, रब तुसी नहीं। देखो मैं किड्डी चंदरी, प्यो पुत्र नूं मारन लई तैयार हो गया। भाई गुरदास लिखते ने जल अग्नि विच सुटिया, जले न डूबे गुर प्रसाद। पानी विच गोते दिते गए, अग विच साड़न का यतन किया। मैं एडी प्रबल है, प्यो तलवार कढ़ के पुत्र नूं मारन लई तैयार हो गया। कढ़ खड़क सद पुछया, कौन सो तेरा है उस्ताद, तेरा उस्ताद कौन है? पर नाल लिखते ने भाई गुरदास, जले न डूबे गुर प्रसाद। गुरु की कृपा के नाल ना उन्होंने अग साड़ सकी, ना पानी डोब सकिया। इस करके गुरमुख ये साडे गुरपुरब दा निशाना यह है कि साडे ते गुरु की कृपा हो जाए। गुर प्रसाद कृपा जे करे, नानक संत संग निंदक भी करे। जे किते गुरु कृपा करदे ना ते परमेश्वर के प्यारिਆਂ की संगत नाल निंदक भी तर जाते हैं। गुरमुखो धन गुरु हरगोबिंद सच्चे पातशाह महाराज का अवतार 1595 गुरु की बंडाली दे विच अज दे दिन होया। थोड़ा जिहा मैं भोरा पिछोकड़ बयान करा। खानदान का बंदे ते बड़ा गहरा असर है। गुरु हरगोबिंद सच्चे पातशाह के सत्कारयोग पिता जी बापू जी गुरु अर्जन देव सच्चे पातशाह महाराज का अवतार गोविंदवाल साहब अपने नानके नगर होया। एक दिन रिढ़ते रिढ़ते अपने नाने गुरु के पणगे कोल गए ते जिवें बच्चा पलाकी मार के मंजे ते चढ़ना चाहता ना, इस तरह गुरु अर्जन देव सच्चे पातशाह ने अपने नाने की मंजी फड़ी है ते गुरु अमरदास पातशाह ने सुभाव के वचन कीते, केड़ा बालक है भारी, जिन मंजी हिलाई सारी,
ते कोलों माता भानी जी कहन लगी दोहता जी दोहता। ते गुरु अमरदास पातशाह ने वचन कह दिते दोहता बाणी का दोहता। ये बाणी दे जहाज बन गए, ये संसार सागर तो जिया नूं तारनगे। उसे लड़ी दे तहत गुरमुखो जदों धन गुरु रामदास पातशाह महाराज ज्योति जोत समाए, गुरता गद्दी गुरु अर्जन देव सच्चे पातशाह महाराज जी नूं मिली। अपने भरावां दे विचों सारियां तो छोटे सन। पिता ने पुत्रां दी परख कीती। बाबा पृथ्वी चंद कहन लगा जी जे मैं लाहौर चला गया तो लैन देन कौन करेगा। ये लम्मी साखी में यह ना कह जी मैं छड़ी क्यों है, क्योंकि आप छेवें पातशाह का पुरब मना रहे हैं। और उस परख दे विचों जदों गुरु अमरदास गुरु अर्जन देव सच्चे पातशाह पास होए, उन्होंने गुरता गद्दी गुरु अर्जन देव सच्चे पातशाह नूं सौंप दी। लेकिन वड्डा भरा ईरखा दे नाल सड़दा है। जिहड़ा गुरु का सिख है ना, वो गुरु तो बिना सजे खब्बे नहीं जाता, क्योंकि सानू हिदायत है गुरु गुरु गुर कर मन मोर, गुरु बिना मैं नहीं होर। हे मेरे मना गुरु गुरु कर, गुरु तो दूजा को बना है कोई नहीं। फिर की होया, सिख संगतां उमड़ उमड़ के गुरु घर वल आउण लगियां। जिवें जिवें किसी की भावना वो सतगुरु पातशाह नूं भेट दिंदा। एक दिन की गल है कि प्रेमी जन आए, उन्होंने विशेष तौर पर सेवादारों नूं बेनती की भी जिहड़े असीं कपड़े लैके आए ना, ये साडे मन की भावना कि माता गंगा जी पाउण। समाज दे विच आपां हुण बहुत कुछ बदल दिता है। बहुत ही पुरानी गल नहीं असीं अपने जीवन में वेखिआ। बचपन च जे लड़के नूं कपड़े देने हुंदे सन ते 5 कपड़े दिंदे सन, 5 कपड़ी। जे बीबी नूं कपड़े देने ते 3 कपड़े देण ते कहंदे तेवर। तुहानूं किताबां 'च तेवर लफ्ज़ लिखिआ मिलेगा, लेकिन जे अज पुछीए नਵੇਂ बच्चों नूं ते उन्होंने पता नहीं तेवर किहनूं कहंदे ने। तेवर का भाव 3 कपड़े उन्होंने अचेचे तौर पर माता गंगा जी वास्ते लियादे। ते माता गंगा जी इस चमक दमक तो बहुत उपरले पासे हैं। तुसीं कि तरनताਰਨ साहब की जो नींह रखी है ना, वो इतिहास कढ़ के वेखना। तरनताਰਨ की नींह रखी, अमृतसर दी सिख संगतां होम हमा के तरनताਰਨ साहब गईयां, वापस मुड़ियां। ते शाम का टाइम है, माता गंगा जी ने गुरु पंचम पातशाह नूं बेनती की, स्वामी जी मैं तुहाडी दासी हां, ते इहदा कदे होर अर्थ ना कर लेना। मैं वेख्या कि उन्हां बीबियां कोल वन सुवन्ने कपड़े, वन सुवन्ने गहणे, ते मेरे कोल इहो जिहा सादा कपड़ा। गुरु अर्जन देव सच्चे पातशाह कहण लगे गंगा मैं तेनू इहो जिहा गहना कढ़ा के देंगा जिहड़ा परलोक भी तेरे नाल जावे। माता गंगा जी नूं गुरु पंचम पातशाह कहण लगे गंगा जी लोकां दे गहणे इत्थे लै जांदे ने, मैं तुहानूं ओह गहना देंगा जिहड़ा परलोक तक तुहाडे नाल जावे। और वह गहना किहड़ा है? जन नानक अंतवार नाम गहना। अंत दे मौके ते नाम रूपी गहना साडे नाल जांदा है। और गुरु महाराज ने माता गंगा जी नूं कोल बिठा करके गुरबाणी उचार करके आख्या गंगा जी ये परलोक तक नाल जाएगा। रौह विचार संगतां तेवर लैके आईयां। अजकल वाकू साधन नहीं सन। सौण का महीना लंघिया, वो कपड़े सुकने पाए, मकान की छत उपर बीबियां गोलियां गल्लां करदियां ने। ते माता गंगा दे सोहणे गहण कपड़े वेख करके जेड़ी गुरु अर्जन देव सच्चे पातशाह दी वड्डी भरजाई बीबी करमो सी ना, ओदी सेवादारनी ने जाके आख्या बेबे जेड़े कपड़े तेरे दराणी कोल ने तेरे कोल नहीं,
ਕਰਮੋਂ ਨੇ ਕੋਠੇ ਤੇ ਚੜ੍ਹ ਕੇ ਵੇਖਿਆ, ਸ਼ਾਮ ਪਈ, ਪ੍ਰਿਥੀ ਚੰਦ ਆਇਆ। ਉਹਨੇ ਅੱਜ ਦੀਵਾ ਨਹੀਂ ਬਾਲਿਆ, ਚੁੱਲ੍ਹੇ 'ਚ ਅੱਗ ਨਹੀਂ ਬਾਲੀ। ਇੱਕਦਮ ਪ੍ਰਿਥੀ ਚੰਦ ਵੇਖ ਕੇ ਹੈਰਾਨ ਹੋ ਗਿਆ, ਕਹਿਣ ਲੱਗਾ ਕਰਮੋਂ ਸੁੱਕਦਾ ਹੈ, ਇਹ ਤਾਂ ਬਦਸ਼ਗਨ ਹੈ, ਅੱਗ ਨਾ ਬਾਲਣੀ। ਮਨ ਦਾ ਗੁੱਸਾ ਬਾਹਰ ਨਿਕਲਿਆ, ਕਹਿਣ ਲੱਗੀ ਨਿਕੰਮਿਆ, ਜਿਹੜੀ ਗਹਿਣੇ ਤੇ ਕੱਪੜੇ ਮੇਰੀ ਦਰਾਣੀ ਪਾਉਂਦੀ ਇਹ ਮੈਂ ਪਾਉਣੇ ਸਨ। ਤੂੰ ਵੱਡਾ ਸੀ, ਤੇਰਾ ਹੱਕ ਬਣਦਾ ਸੀ, ਪਰ ਤੇਰੀ ਅਯੋਗਤਾ ਕਰਕੇ ਤੂੰ ਰਹਿ ਗਿਓ। ਅੰਗਰੇਜ਼ੀ ਭਰਾ ਬੋਲਣ ਵਾਲੇ ਵੀਰ ਇੱਕ ਲਫ਼ਜ਼ ਕਹਿੰਦੇ ਨੇ, ਥਿੰਕ ਬਿਫੋਰ ਯੂ ਸਪੀਕ। ਇਹ ਆਮ ਬੋਲਦੇ ਨੇ, ਗੱਲ ਕਰਨ ਤੋਂ ਪਹਿਲਾਂ ਸੋਚੋ ਕਿ ਇਹ ਗੱਲ ਕਿਤੇ ਨੁਕਸਾਨਦਾਇਕ ਨਾ ਹੋਵੇ। ਪ੍ਰਿਥੀ ਚੰਦ ਕਹਿਣ ਲੱਗਾ, ਭਰੀਏ ਐਵੇਂ ਗੁੱਸੇ 'ਚ ਆਈ ਜਾਂਦੇ ਆ, ਅਰਜਨ ਦੇਵ ਦੇ ਘਰ ਕਿਹੜਾ ਬੱਚਾ ਪਹੁੰਚ ਹੋ ਕੇ ਆਪਣੇ ਘਰ ਹੀ ਆਉਣਾ ਨਾ। ਇਹ ਗੱਲ ਮਾਂ ਗੰਗਾ ਤੱਕ ਗਈ। ਦਰਬਾਰ ਸਾਹਿਬ ਦੇ ਇੱਕ ਹੈਡ ਗ੍ਰੰਥੀ ਹੋਏ ਨੇ ਗਿਆਨੀ ਕਰਤਾਰ ਸਿੰਘ ਕਲਾਸ ਵਾਲੀਆ, ਜਿਹੜੇ ਮੰਜੀ ਸਾਹਿਬ ਕਥਾ ਵੀ ਕਰਦੇ ਸਨ, ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵੀ ਸਨ। ਉਹ ਡਿਊਟੀਆਂ ਮੈਨੂੰ ਗੁਰੂ ਨੇ ਦਿੱਤੀਆਂ। ਉਹਨਾਂ ਨੇ ਉੱਥੇ ਲਿਖਿਆ, ਬੋਲੀ ਕੱਟ ਗਈ ਜਿਗਰ ਕਰਤਾਰ ਸਿੰਘਾ, ਤਿੱਖੀਆਂ ਬੋਲੀਆਂ ਕਾਲ ਦੇ ਚੀਰ ਗਈਆਂ, ਮਾਤਾ ਗੰਗਾ ਦੇ ਕੰਨਾਂ 'ਚ ਆਵਾਜ਼ ਪਏ। ਪ੍ਰਿਥੀ ਚੰਦ ਨੇ ਆਖਿਆ ਸੀ ਵੀ ਅਰਜਨ ਦੇਵ ਦੇ ਘਰ ਪੁੱਤ ਨਹੀਂ ਰਹਿਣ ਆਉਣਾ, ਇਹ ਸਾਰਾ ਕੁਝ ਆਪਣੇ ਘਰ ਹੀ ਆਉਣਾ ਹੈ। ਮਾਤਾ ਗੰਗਾ ਦੇ ਮਨ ਨੂੰ ਬੜੀ ਠੇਸ ਪਹੁੰਚੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸਵਾਮੀ ਜੀ ਤੁਹਾਡੇ ਕੋਲ ਸੰਸਾਰ ਵਰਸਾਉਂਦਾ ਤੇ ਮੇਰੀ ਝੋਲੀ ਵੀ ਭਰਨੀ ਚਾਹੀਦੀ ਹੈ। ਗੁਰੂ ਘਰ ਵਿੱਚ ਗੁਰੂ ਆਪਣੇ ਪਿਆਰ ਨੂੰ ਵਡਿਆਈ ਤੇ ਮਾਨ ਦਿੰਦਾ ਹੈ। ਆਖਿਆ ਨਾ, ਖਾਲਸਾ ਮੇਰਾ ਰੂਪ ਹੈ ਖਾਸ, ਇੰਨਾ ਮਾਨ। ਕਹਿਣ ਲੱਗੇ, ਗੰਗਾ ਜੀ ਇਹ ਕਿਹੜੀ ਗੱਲ ਹੈ? ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੂੰ ਵਰ ਦਿੱਤਾ ਸੀ, ਬੁੱਢਿਆ ਮੈਂ ਤੇਥੋਂ ਓਲੇ ਨਾ ਹੋਸਾਂ। ਉਹਨਾਂ ਕੋਲ ਜਾਓ, ਅਰਦਾਸ ਕਰਨਗੇ ਤੇ ਗੁਰੂ ਨਾਨਕ ਮੁਰਾਦਾਂ ਪੂਰੀਆਂ ਕਰ ਦੇਗਾ। ਇੱਥੇ ਇੱਕ ਬੜਾ ਬਰੀਕੀ ਵਾਲਾ ਨੁਕਤਾ ਹੈ, ਜਿਹੜਾ ਆਪਾਂ ਬਿਨਾਂ ਵਿਚਾਰ ਤੋਂ ਕਹੀ ਜਾਂਦੇ ਆ। ਆਪਣਾ ਪ੍ਰਚਾਰ ਆਮ ਇਹ ਹੈ ਵੀ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤ ਦਿੱਤਾ, ਇਹ ਆਪਾਂ ਪ੍ਰਚਾਰ ਇਹ ਕਰਦੇ ਆ। ਨਹੀਂ ਨਹੀਂ, ਦਾਤਾ ਗੁਰੂ ਹੈ। ਅਸੀਂ ਗ੍ਰੰਥੀ ਸਿੰਘ ਆ ਨਾ, ਸਾਡੇ ਅੱਜ ਵੀ ਬੜਾ ਵਹਿਮ ਫਸਿਆ ਹੈ ਵੀ ਫਲਾਣੇ ਗਿਆਨੀ ਜੀ ਅਰਦਾਸ ਕੀਤੀ, ਸਾਡੇ ਘਰ ਕਾਕਾ ਆਇਆ। ਬੜੀ ਚੰਗੀ ਗੱਲ ਅਰਦਾਸ ਕੀਤੀ, ਕਾਕਾ ਆਇਆ, ਪਰ ਕਾਕਾ ਗ੍ਰੰਥੀ ਨਹੀਂ ਦਿੱਤਾ, ਕਾਕਾ ਗੁਰੂ ਨੇ ਦਿੱਤਾ। ਗ੍ਰੰਥੀ ਕੋਲ ਕਾਕਾ ਨਹੀਂ, ਜੱਜ ਦੇ ਕੋਲ ਆਵਾਜ਼ਾਂ ਮਾਰਨ ਵਾਲਾ ਹੁੰਦਾ ਹੈ, ਪਰਚੀ ਦੇਣ ਵਾਲਾ। ਫੈਸਲਾ ਜੱਜ ਦਿੰਦਾ, ਪਰਚੀ ਅੱਗੇ ਰੱਖਣ ਵਾਲਾ ਨਹੀਂ। ਇਹ ਬੜਾ ਸਾਡੇ ਚ ਇੱਕ ਵਹਿਮ ਹੈ ਵੀ ਫਲਾਣੇ ਬਾਬੇ ਨੇ ਅਰਦਾਸ ਕੀਤੀ, ਆਪਾਂ ਉਹਨਾਂ ਕੋਲ ਜਾਣਾ, ਆਹ ਲੈ ਕੇ ਤੇ ਆਹ ਲੈ ਕੇ। ਇਹ ਨਹੀਂ ਮੈਂ ਕਹਿੰਦਾ ਵੀ ਨਾਲ ਜਾਓ, ਲੇਕਿਨ ਜਿਹਨੇ ਪੂਰੀ ਕੀਤੀ ਵੱਡਾ ਉਹ ਹੈ, ਗੁਰੂ ਤੋਂ ਵੱਡਾ ਕੋਈ ਨਹੀਂ। ਕਹਿਣ ਲੱਗੇ, ਇਹ ਜ਼ਿੰਮੇਵਾਰੀ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ, ਬੁੱਢਿਆ ਮੈਂ ਤੈਥੋਂ ਓਲੇ ਨਾ ਹੋਸਾਂ। ਉਹਨਾਂ ਕੋਲ ਜਾਓ, ਉਹ ਅਰਦਾਸ ਕਰਨਗੇ ਤੇ ਗੁਰੂ ਨਾਨਕ ਝੋਲੀਆਂ ਭਰ ਦੇਗਾ। ਪੁੱਤਰ ਤਾਂ ਗੁਰੂ ਅਰਜਨ ਦੇਵ ਜੀ ਨੇ ਉਦੋਂ ਦੇ ਦਿੱਤਾ, ਲੇਕਿਨ ਇੱਕ ਵਸੀਲਾ, ਇੱਕ ਪ੍ਰੋਸੀਜਰ ਹੈ। ਮਾਤਾ ਗੰਗਾ ਜੀ, ਤੁਸੀਂ ਅੱਜ ਵੀ ਅੰਮ੍ਰਿਤਸਰ ਸਾਹਿਬ ਤੋਂ ਗੁਰਮੁਖੋ, ਆਪਾਂ ਹੁਣ ਬੜੀਆਂ ਸਹੂਲਤਾਂ ਨੇ, ਸੋਹਣੀ ਸੜਕ ਬਣੀ ਹੈ। ਕੋਈ ਬੰਦਾ ਅੰਮ੍ਰਿਤਸਰ ਤੋਂ ਬੀੜ ਸਾਹਿਬ ਤੱਕ ਪੈਦਲ ਤੁਰ ਕੇ ਜਾਣ ਨੂੰ ਤਿਆਰ ਨਹੀਂ, ਕੋਈ ਵੀ ਅੱਜ ਵੀ। ਪਰ ਮਾਤਾ ਗੰਗਾ ਦੀ ਨਿਮਰਤਾ ਵੇਖੋ, ਉਹਨਾਂ ਨੇ ਸਾਦਾ ਪ੍ਰਸ਼ਾਦਾ ਤਿਆਰ ਕੀਤਾ, ਆਪ ਦਹੀਂ ਜਮਾਇਆ, ਰਿੜਕਿਆ, ਸਿਰ ਤੇ ਪੱਤਾ ਚੁੱਕ ਲਿਆ ਤੇ ਨਾਲ ਬੀਬੀਆਂ ਨੂੰ ਲੈ ਕੇ ਤੁਰ ਪਏ। ਉਧਰ ਸ਼ਾਮ ਦੇ ਟਾਈਮ ਤੇ ਬਾਬਾ ਬੁੱਢਾ ਸਾਹਿਬ ਨੇ ਪ੍ਰਸ਼ਾਦਾ ਨਹੀਂ ਛਕਿਆ। ਕਹਿੰਦੇ, ਗੁਰਮੁਖੋ ਸਵੇਰੇ ਮੇਰੀ ਮਾਂ ਨੇ ਪ੍ਰਸ਼ਾਦਾ ਲੈ ਕੇ ਨਾ, ਸਵੇਰੇ ਮਾਂ ਵਾਲਾ ਪ੍ਰਸ਼ਾਦਾ ਛਕਾਂਗਾ। ਦਿਨ ਚੜਿਆ, ਬਾਬਾ ਬੁੱਢਾ ਸਾਹਿਬ ਦੀ ਉਮਰ 100 ਸਾਲ ਦੇ ਕਰੀਬ ਹੈ।
ਅੱਜ ਤੱਕ ਤੁਸੀਂ 58 ਸਾਲ ਦੇ ਹੋਣੇ ਨਾ, ਤੇ ਸਾਨੂੰ ਕਮੇਟੀ ਵਾਲੇ ਕਹਿੰਦੇ ਵੀ ਗਿਆਨੀ ਜੀ ਹੁਣ ਤੁਸੀਂ ਰਿਟਾਇਰਮੈਂਟ ਲਓ। ਲੇਕਿਨ ਜਦੋਂ ਬਾਬਾ ਬੁੱਢਾ ਗ੍ਰੰਥੀ ਬਣਿਆ ਉਦੋਂ 98 ਸਾਲ ਦੀ, 98 ਸਾਲ ਦੀ। ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੀ ਅੰਤਰਮੁਖ ਬਿਰਤੀ ਨੂੰ ਕਦੇ ਬੁੱਢੇ ਨਹੀਂ ਹੁੰਦੇ। ਖੂੰਡੀ ਫੜ ਕੇ ਤੇ ਅੱਖ ਦੇ ਉੱਪਰ ਬਰੱਟੇ ਉੱਪਰ ਹੱਥ ਰੱਖ ਕਹਿੰਦੇ ਨੇ ਵੀ ਮੇਰੀ ਬੇਬੇ ਨਹੀਂ ਜਿਹੜੀ ਮਾਂ ਨਹੀਂ ਆਈ, ਆ ਗਏ। ਪ੍ਰਸ਼ਾਦਾ ਥੱਲੇ ਰੱਖਿਆ, ਰੱਬ ਦਾ ਭਾਣਾ ਕਿ ਉਸ ਮੌਕੇ ਕੜੀਆਂ ਪੈ ਰਹੀਆਂ ਸਨ, ਬਿਜਲੀ ਚਮਕਦੀ ਸੀ। ਮਾਤਾ ਗੰਗਾ ਜੀ ਨੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ, ਬਾਬਾ ਜੀ ਮੈਨੂੰ ਸਤਿਗੁਰੂ ਪਾਤਸ਼ਾਹ ਨੇ ਤੁਹਾਡੇ ਕੋਲ ਭੇਜਿਆ, ਤੁਸੀਂ ਅਰਦਾਸ ਕਰੋ ਸਾਨੂੰ ਮਾੜਾ ਜਿਹਾ ਸਨਮਾਨ ਮਿਲ ਜੇ ਨਾ ਤਾਂ ਅਸੀਂ ਆਪਣੇ ਆਪ ਨੂੰ ਵੱਡਾ ਸ਼ੌਕ ਕਰਦੇ ਹਾਂ। ਵੱਡਾ ਗੁਰਬਤ ਦੇ ਮੁਤਾਬਕ ਧਰ ਤਰਾਜੂ ਤੋਲੀਏ ਨਿਵੇਂ ਸੋ ਗੌਰਵ ਹੋਇਆ। ਆਪਾਂ ਤਕੜੀ ਦੇ ਨਾਲ ਕੋਈ ਚੀਜ਼ ਤੋਲਦੇ ਆ, ਜਿੰਨੀ ਚੀਜ਼ ਭਾਰੀ ਹੋਵੇਗੀ ਓਨੀ ਨਵੇਂਗੀ, ਤੇ ਜੇ ਹੌਲੀ ਤਾਂ ਪਾਸ ਛਾਪਾ ਤਾਂ। ਬਾਬਾ ਬੁੱਢਾ ਜੀ ਕਹਿਣ ਲੱਗੇ ਮਾਤਾ ਜੀ ਮੈਂ ਤਾਂ ਗੁਰੂ ਘਰ ਦਾ ਕਾਈ ਸਿੱਖ ਹਾਂ, ਝੋਲੀਆਂ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਭਰਨੀਆਂ ਨੇ, ਪਰ ਤੁਸੀਂ ਹੁਕਮ ਕੀਤਾ ਮੈਂ ਦਾਸ ਹਾਂ। ਜਿਵੇਂ ਅੱਜ ਬਿਜਲੀ ਚਮਕਦੀ ਨਾ, ਬਿਜਲੀ ਤੇਰੇ ਪੁੱਤਰ ਦੀਆਂ ਸ੍ਰੀ ਸਾਹਿਬਾਂ ਐਵੇਂ ਚਮਕਿਆ ਕਰਨਗੀਆਂ। ਜਿਵੇਂ ਮੈਂ ਗੰਢਾ ਭੰਨਿਆ ਨਾ, ਇੱਥੇ ਅਸੀਂ ਇੱਕ ਹੋਰ ਗਲਤ ਪ੍ਰਚਾਰ ਕਰਦੇ ਹਾਂ, ਆਖੇ ਤੁਰਕਾਂ ਦੇ ਸਿਰ ਭੰਨਿਆ ਕਰੇਗਾ। ਗੁਰਮੁਖੋਂ ਮੈਂ ਨਿੱਜੀ ਤੌਰ ਤੇ ਨਾ ਬਿਲਕੁਲ ਸਹਿਮਤ ਨਹੀਂ। ਇਹ ਕਹਿਣਾ ਦੁਸ਼ਟਾਂ ਦੇ ਸਿਰ ਭੰਨੇਗਾ, ਦੁਸ਼ਟ ਤੋਂ ਭਾਵ ਬੁਰਾ। ਸਾਡੇ ਚ ਇੱਕ ਬਹੁਤ ਵੱਡਾ ਐਬ ਹੈ, ਅਸੀਂ ਜਦੋਂ ਵੀ ਨਿੰਦਿਆ ਕਰਦੇ ਕਿਸੇ ਕੌਮ ਨੂੰ, ਸਮੁੱਚੀ ਨੂੰ ਭੁੰਡੀ ਜਾਂਦੇ। ਕੌਮ ਕੋਈ ਵੀ ਮਾੜੀ ਨਹੀਂ, ਹਰ ਕੌਮ ਵਿੱਚ ਮਾੜੇ, ਹਰ ਕੌਮ ਵਿੱਚ ਚੰਗੇ। ਬੰਦੇ ਦਾ ਮਨ ਕਿਸੇ ਮੌਕੇ ਵਿਹਲਾ ਨਹੀਂ ਰਹਿੰਦਾ। ਕਿਉਂਕਿ ਮੈਂ ਤੁਹਾਡੇ ਕੋਲ ਆਇਆ ਨਾ, ਤੇ ਰਸਤੇ 'ਚ ਆਉਂਦਿਆਂ ਉਹਦੇ ਨਵਾਂ ਸ਼ਹਿਰ ਮੇਰੀ ਕੁਦਰਤੀ ਸੁਰਤੀ ਇਸ ਪਾਸੇ ਵੱਲ ਚਲੀ ਗਈ। ਸੁਭਾਵ ਗੱਡੀ 'ਚ ਬੈਠਿਆ ਕਿਹੜੀ ਕਿ ਆਪਾਂ ਕਹਿੰਦੇ ਫਲਾਨੀ ਕੌਮ ਮਾੜੀ ਹੈ। ਇਹ ਮਾਛੀਵਾੜੇ ਕੋਲ ਜਾ ਕੇ ਵਿਸ਼ੇਸ਼ ਤੌਰ ਤੇ ਮੇਰੇ ਮਨ ਵਿੱਚ ਇਹ ਮੱਥਾ ਠਣਕਿਆ, ਕਿਉਂ ਉੱਥੇ ਲਿਖਿਆ ਸੀ ਨਬੀ ਖਾਂ ਤੇ ਗਨੀ ਖਾਂ ਗੇਟ। ਅਸੀਂ ਕਹਿੰਦੇ ਮੁਸਲਮਾਨ ਮਾੜੇ ਨੇ, ਤੇ ਨਬੀ ਖਾਂ ਤੇ ਗਨੀ ਖਾਂ ਤੇ ਬੁੱਧੂ ਸ਼ਾਹ ਕੌਣ ਸੀ? ਬੁੱਧੂ ਸ਼ਾਹ ਨੇ ਪੁੱਤ ਵਾਰ ਦਿੱਤੇ ਨੇ, ਬੁੱਧੂ ਸ਼ਾਹ ਨੇ ਭਰਾ ਵਾਰ ਦਿੱਤਾ, ਬੁੱਧੂ ਸ਼ਾਹ ਨੇ 500 ਚੇਲਾ ਵਾਰ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਜੋ ਮੰਗਣਾ ਮੰਗ। ਆਪਾਂ ਕਹਿਣਾ ਸੀ ਸਾਡਾ ਕਾਕਾ ਤੇ ਕਾਕੀ ਕੈਨੇਡਾ ਭੇਜਦੇ। ਅੱਜ ਕੱਲ ਜੇ ਪੁੱਛੇ ਨਾ ਤੇ ਕਹਿਣਾ ਸੀ ਕੈਨੇਡਾ ਭੇਜਦੇ, ਜਾਂ ਮੁਹਾਲੀ ਪਲਾਟ ਲੈ ਦੇ 4। ਸਦਕੇ ਜਾਵਾਂ ਉਸ ਮੁਸਲਮਾਨ ਭਰਾ ਦੇ। ਉਹਨੇ ਆਖਿਆ ਬਾਜਾਂ ਵਾਲਿਆ ਬਾਪੂ ਜੇ ਤੁਠਾ ਤੇ ਸਣੇ ਕੇਸਾਂ ਦੀ ਕੰਘਾ ਦੇ ਦੇ। ਮੁਸਲਮਾਨ ਹੈ, ਔਰ ਉਹਨੇ ਆਪਣੇ ਘਰ ਆ ਕੇ ਕੇਸਾਂ ਤੇ ਕੰਘੇ ਨੂੰ ਬੜੀ ਸੁਰੱਖਿਆ ਦੇ ਨਾਲ ਕੰਧ ਵਿੱਚ ਚਿਣਿਆ। ਆਪਾਂ ਬਾਬੇ ਮਨੀ ਸਿੰਘ ਦੇ ਬੰਦ ਕੱਟੇ ਜਾਣ ਦੀ ਗੱਲ ਤਾਂ ਕਰਦੇ ਹਾਂ, ਬਿਲਕੁਲ ਠੀਕ ਹੈ, ਪਰ ਮਨੀ ਸਿੰਘ ਦਾ ਸੰਸਕਾਰ ਕੀਤਾ ਭਾਈ ਸੂਰਤ ਸਿੰਘ ਨੇ। ਭਾਈ ਮਨੀ ਸਿੰਘ ਦਾ ਸੰਸਕਾਰ ਵੀ ਕੀਤਾ ਜੀ। ਲੱਛੀ ਰਾਮ ਮੇਰੇ ਪਿੰਡਾਂ ਦਾ ਆਇਆ, ਮਦਰ ਪਿੰਡ ਦਾ, ਤੇ ਸੂਰਤ ਸਿੰਘ ਨੇ। ਲੇਕਿਨ ਪੀਰ ਬੁੱਧੂ ਸ਼ਾਹ ਦਾ ਕਿਸੇ ਨੂੰ ਦਫਨਾਇਆ ਵੀ ਨਹੀਂ। ਪੀਰ ਬੁੱਧੂ ਸ਼ਾਹ ਦੇ ਟੋਟੇ ਕਰਕੇ ਸਮਾਨ ਖਾਨ ਨੇ ਖਿਲਾਰੇ। ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਪੀਰ ਬੁੱਧੂ ਸ਼ਾਹ ਦਾ ਬਦਲਾ ਲਿਆ। ਜੇ ਆਪਾਂ ਕਹਾਂਗੇ ਨਾ ਕੌਮ ਮਾੜੀ, ਹਰ ਕੌਮ ਵਿੱਚ ਮਾੜੇ। ਸਾਡੀ ਕੌਮ ਦੇ ਵਿੱਚ ਸਾਨੂੰ ਤੇਜਾ ਸਿੰਘ, ਲਾਲ ਸਿੰਘ ਡੋਗਰੇ ਨੇ ਮਰਵਾਇਆ, ਸ਼ਾਮ ਸਿੰਘ ਟਾਰੀ ਵਾਲਿਆਂ ਨੇ ਜਾਨ ਦਿੱਤੀ। ਇਹ ਵਿੱਚੋਂ ਸੁਭਾਵਿਕ ਗੱਲ ਆ ਗਈ, ਸੁਭਾਵਿਕ। ਤੋ ਗੁਰਮੁਖੋ ਕਹਿਣ ਦਾ ਭਾਵ ਕਿ ਬਾਬਾ ਬੁੱਢਾ ਜੀ ਕਹਿੰਦੇ ਦੁਸ਼ਟਾਂ ਦਾ ਨਾਸ ਕਰੇਗਾ, ਦੁਸ਼ਟ ਭਾਵੇਂ ਕੋਈ ਵੀ ਹੋਣ। ਮਾਫੀ ਦਿਆ ਜੇ, ਮੈਂ ਬਾਣਾ ਪਾਇਆ, ਆਪਾਂ ਬਾਣਾ ਪਾਇਆ, ਅਸੀਂ ਸ਼ਰਾਬ ਦੇ ਠੇਕੇ ਤੇ ਖਲੋਤੇ, ਅਸੀਂ ਦੁਸ਼ਟ ਹਾਂ। ਇਹ ਨਹੀਂ ਅਸੀਂ 5 ਕਾਰ ਪੰਜ ਰੱਬ ਬਣ ਗਿਆ ਕਿ ਕਾਰਾਂ ਦੇ ਮੁਤਾਬਕ ਸਾਡਾ ਜੀਵਨ ਹੋਵੇ। ਅਸੀਂ ਗੁਰੂ ਘਰ ਵਿੱਚ ਬੈਠੇ ਆ, ਧੀਆਂ ਭੈਣਾਂ ਬੈਠੀਆਂ ਨੇ, ਸਾਡੀ ਮਨ ਵਿੱਚ ਮੈਲ ਹੈ, ਅਸੀਂ ਗੁਰਸਿੱਖ ਨਹੀਂ, ਅਸੀਂ ਦੁਸ਼ਟ ਹਾਂ। ਦੁਸ਼ਟ ਦਾ ਭਾਵ ਖੋਟੀ ਬਿਰਤੀ ਵਾਲਾ। ਅਰਦਾਸ ਹੋਈ, ਮਾਤਾ ਜੀ ਆ ਗਏ। ਸਮੇਂ ਦੇ ਨਾਲ ਬਨਾਲੀ ਨਗਰ ਵਿੱਚ
ਗੁਰੂ ਅਰਜਨ ਸੱਚੇ ਪਾਤਸ਼ਾਹ ਦਾ ਅੱਜ ਦੇ ਦਿਹਾੜੇ 1595 ਵਿੱਚ ਅਵਤਾਰ ਹੋਇਆ। ਇੱਕ ਲਫ਼ਜ਼ ਮੈਂ ਤਕਰੀਬਨ ਮੇਰੇ ਮੂੰਹ ਤੇ ਚੜਿਆ, ਬੜਾ ਕਾਮਨ ਹੈ, ਸ਼ਰੀਕ ਸਕਾ ਬਣ ਜਾਏ, ਇਹਦੇ ਤੋਂ ਵੱਡੀਆਂ ਕੋਈ ਬਾਹਾਂ ਨਹੀਂ, ਤੇ ਜੇ ਸਕੇ ਸ਼ਰੀਕ ਬਣ ਜਾਣ ਤੇ ਇਹਦੇ ਤੋਂ ਵੱਡਾ ਵੈਰੀ ਕੋਈ ਨਹੀਂ। ਬੜੀ ਸਿੰਪਲ ਜੀ ਗੱਲ ਜੀ। ਜੇ ਸ਼ਰੀਕ ਸਕੇ ਬਣ ਜਾਣ ਇਹਦੇ ਤੋਂ ਵੱਡੀਆਂ ਕੋਈ ਬਾਹਾਂ ਨਹੀਂ, ਜੇ ਸ਼ਰੀਕ ਸਕੇ ਬਣਤੇ ਤੇ ਵੱਡੀਆਂ ਬਾਹਾਂ ਨਹੀਂ, ਮਾਫ ਕਰਨਾ, ਸਕੇ ਸ਼ਰੀਕ ਬਣ ਜਾਣ ਇਹਦੇ ਤੋਂ ਵੱਡਾ ਵੈਰੀ ਕੋਈ ਨਹੀਂ। ਸ਼ਰੀਕ ਸਕੇ ਹੋ ਜਾਣ ਤੇ ਇਹ ਤੋਂ ਵੱਡੀਆਂ ਬਾਹਾਂ ਕੋਈ ਨਹੀਂ। ਬਾਬਾ ਪਿਰਥੀ ਚੰਦ ਭਰਾ ਹੈ ਗੁਰੂ ਅਰਜਨ ਦੇ ਮਹਾਰਾਜ ਦਾ, ਉਹਨੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਖਤਮ ਕਰਨ ਵਾਸਤੇ ਸੱਪ ਵਾਲੇ ਨੂੰ ਭੇਜਿਆ ਵੀ ਸੱਪ ਵਿਹੜੇ ਵਿੱਚ ਸੁੱਟ ਦੇ, ਬੱਚੇ ਨੂੰ ਲੜ ਜਾਏਗਾ, ਬੱਚੇ ਦੀ ਮੌਤ ਹੋ ਜਾਏਗੀ। ਖਡਾਵੇ ਨੂੰ 500 ਰੁਪਇਆ ਦੇ ਕੇ ਬਾਣੀ ਵਿੱਚ ਵੀ ਉਹਦਾ ਜ਼ਿਕਰ ਆਇਆ। ਦੁਸ਼ ਬ੍ਰਾਹਮਣ ਮੂਹਾ ਹੋ ਕੇ ਸੂਲ, ਜਿਹੜਾ ਸੇਵਾਦਾਰ ਸੀ ਨਾ, ਉਹਨੂੰ 500 ਰੁਪਇਆ ਦਿੱਤਾ ਵੀ ਦਹੀਂ ਵਿੱਚ ਜ਼ਹਿਰ ਮਿਲਾ ਕੇ ਮੇਰੇ ਭਤੀਜੇ ਨੂੰ ਮਾਰ ਦੇ। ਨਾ ਬ੍ਰਾਹਮਣ, ਕੰਮ ਦੁਸ਼ਟਾਂ ਵਾਲੇ। ਜਦੋਂ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਦਹੀਂ ਪਿਉਣ ਲੱਗਾ ਨਾ ਚੁਬਾਰੇ ਚ ਜਾ ਕੇ, ਤੇ ਪਾਤਸ਼ਾਹ ਨੇ ਇੱਕਦਮ ਜਦੋਂ ਚੀਕ ਮਾਰੀ, ਉੱਚੀ ਆਵਾਜ਼ ਕੱਢੀ, ਤੇ ਮਾਤਾ ਗੰਗਾ ਜੀ ਗਏ। ਗੁਰਬਾਣੀ ਦੇ ਮੁਤਾਬਕ ਉਹਨੂੰ ਇਹੋ ਜਿਹੀ ਪੀੜ ਉੱਠੀ ਕਿ ਤੜਪ ਤੜਪ ਕੇ ਬ੍ਰਾਹਮਣ ਮਰ ਗਿਆ। ਇਸੇ ਤਰ੍ਹਾਂ ਗੁਰਦੇਵ ਨੇ ਵੇਖਿਆ ਵੀ ਦਾ ਪੋਲ ਖੋਲਿਆ ਜਾਏ। ਗੁਰੂ ਪ੍ਰਤਾਪ ਗ੍ਰੰਥ ਦੇ ਮੁਤਾਬਕ ਇੱਕ ਪਿਸਤਾ ਕੁੱਤਾ ਗੁਰੂ ਪਾਤਸ਼ਾਹ ਦੇ ਮੰਜੇ ਥੱਲੇ ਬੈਠਾ ਹੁੰਦਾ ਸੀ। ਕਹਿੰਦੇ ਪਿਸਤਿਆ, ਜੀ ਤਾਂ ਨਹੀਂ ਕਰਦਾ, ਪਰ ਅੱਜ ਪਾਪ ਨੂੰ ਨੰਗਿਆਂ ਕਰਨ ਵਾਸਤੇ ਤੈਨੂੰ ਕੁਰਬਾਨੀ ਦੇਣੀ ਪੈਣੀ। ਆ ਦਹੀਂ ਖਾ। ਉਹਨੇ ਖਾਧਾ, ਉਹਦੀ ਮੌਤ ਹੋ ਗਈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੰਗਾ ਜੀ ਆਏ ਤੇਰੇ ਜੇਠ ਦੀ ਕਰਤੂਤ। ਇੱਕ ਬੀਬੀ ਨੂੰ ਪੈਸੇ ਦਿੱਤੇ ਕਰਮੋਂ ਨੇ, ਮਾਤਾ ਗੰਗਾ ਕੋਲ ਆਈ, ਮਿੱਠੀਆਂ ਮਿੱਠੀਆਂ ਗੱਲਾਂ ਕਰਦੀ, ਜਿਹਨੂੰ ਆਪਾਂ ਮੋਮੂ ਠਗਣੀ ਕਹਿ ਦਿੰਦੇ ਆ। ਮਾਤਾ ਜੀ ਮੈਨੂੰ ਤੁਹਾਡਾ ਲਾਲ ਬੜਾ ਪਿਆਰਾ ਲੱਗਦਾ, ਮੇਰਾ ਜੀ ਚਾਹੁੰਦਾ ਮੈਨੂੰ ਦੁੱਧ ਚੰਗਾਵਾਂ। ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਇਹੋ ਜਿਹਾ ਉਹਨੂੰ ਘੁੱਟਿਆ ਵੀ ਉਹਦੀ ਜਾਨ ਨਿਕਲ ਗਈ। ਤਾਈਓ ਤਾਂ ਕਹਿੰਦੇ ਆ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਰੋ ਪਰਪਕਾਰੀ, ਵੱਡਾ ਸੂਰਮਾ। ਸਮੇਂ ਦੇ ਨਾਲ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਗੁਰੂ ਅਰਜਨ ਸੱਚੇ ਪਾਤਸ਼ਾਹ ਗੁਰਤਾ ਗੱਦੀ ਦੇ ਮਾਲਕ ਬਣੇ। ਔਰ ਉਸ ਮੌਕੇ ਸਤਿਗੁਰੂ ਪਾਤਸ਼ਾਹ ਨੇ ਅਚੇਚੇ ਤੌਰ ਤੇ ਹੁਕਮ ਕੀਤਾ, ਸਾਡੇ ਹਥਿਆਰਾਂ ਦੇ ਜਿਹੜੇ ਕਿੰਤੂ ਪਰੰਤੂ ਕਰਦੇ ਨੇ, ਕਿਤੇ ਵਾਹਿਗੁਰੂ ਉਹਨਾਂ ਨੂੰ ਮੱਤ ਦੇਵੇ। ਇਤਿਹਾਸ ਸਾਡਾ ਪੜ੍ਹਨ ਤੇ ਸੁਣ। ਇਹ ਮੈਂ ਗੱਲ ਤਾਂ ਕਹੀ ਹੈ, ਆ ਜੂਨ ਦਾ ਮਹੀਨਾ ਲੰਘਿਆ ਨਾ, ਤੇ ਕਈ ਗੁਰੂ ਘਰ ਦੇ ਨਿੰਦਕ, ਸਰਕਾਰ ਦੇ ਚਿਮਚੇ ਇਹ ਕਹਿੰਦੇ ਜੀ ਅਸੀਂ ਭਿੰਡਰਾਂ ਵਾਲਾ ਉੱਥੇ ਹਥਿਆਰ ਲੈ ਕੇ ਕਿਉਂ ਗਿਆ, ਇਹ ਮਨਮਤ ਹੈ। ਇਹ ਸਵਾਲ ਅੱਜ ਦਾ। ਉਹਦਾ ਜਵਾਬ ਇਹ ਹੈ, ਮੇਰਾ ਪਿੰਡ ਬਾਰਡਰ ਦੇ ਕੋਲ ਹੈ, ਖੇਮਕਰਨ ਕੋਲ ਭੂਰੇ ਕੋਲ ਨਾ, ਖੇਮਕਰਨ ਤੋਂ ਗਾਂ ਕਸੂਰ ਸ਼ਹਿਰ ਹੈ। ਇਤਿਹਾਸ ਪੜ੍ਹ ਕੇ ਵੇਖੋ ਕਿ ਖੇਮਕਰਨ ਦੇ ਭਾਈ ਮੋਹਰੀ ਨੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਤੋਪ ਭੇਟ ਕੀਤੀ, ਜਿਹੜੀ ਅੱਜ ਵੀ ਪੰਥਪੁਰ ਸਾਂਭ ਕੇ ਰੱਖੀ ਸੀ। ਜੇ ਤੋਪਾਂ ਜਾ ਸਕਦੀਆਂ ਨੇ ਤੇ ਭਿੰਡਰਾਂ ਵਾਲਾ ਪਿਸਤੌਲ ਲੈ ਗਿਆ ਤੇ ਸਰਕਾਰ ਨੂੰ ਕੀ ਪੀੜ ਹੈ। ਇਹ ਖੁਸਰਿਆਂ ਦਾ ਪੰਥ ਨਹੀਂ, ਇਹ ਪੰਥ ਹੋਇਆ if you want peace be prepare for war। ਜੇ ਸ਼ਾਂਤੀ ਚਾਹੁੰਦਾ ਤੇ ਸ੍ਰੀ ਸਭ ਤਿਆਰ ਰੱਖ। ਇਹ ਦੁਨੀਆ ਨਹੀਂ ਕਮਜ਼ੋਰਾਂ ਦੀ, ਇਹ ਪਿੜ ਹੈ ਸ਼ਾਹ ਸਵਾਰਾਂ ਦਾ। ਕਮਜ਼ੋਰ ਨੂੰ ਕੋਈ ਨਹੀਂ ਜਿਉਣ ਦਿੰਦਾ। if you want peace be prepare for war। ਇਹ ਸਾਨੂੰ ਮੈਸੇਜ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਦਿੱਤਾ। ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਹੁਣ ਇੱਕ ਨਾਲ ਗੱਲ ਨਹੀਂ ਬਣਨੀ, ਦੋ ਸ੍ਰੀ ਸਾਹਿਬਾਂ ਦਿਓ। ਇੱਕ ਮੈਂ ਗੱਲ ਕਹਿਣ ਲੱਗਾ ਜਿਹੜੀ ਤੁਹਾਡੇ ਚੋਂ ਕਿਸੇ ਨੇ ਮੰਨਣਾ ਨਹੀਂ, ਪਰ ਮੈਂ ਨਾਲ ਗ੍ਰੰਥ ਦਾ ਹਵਾਲਾ ਦੇਣਾ ਤਾਂ ਕਿ ਆਪਣੇ ਆਪ ਨੂੰ ਸੇਵ ਕਰ ਸਕਾਂ। ਇੱਕ ਉਰਦੂ ਦੀ ਤਵਾਰੀਖ, ਸ਼ਾਇਦ ਉਹ ਦੌਲਤ ਰਾਏ ਦੀ ਲਿਖੀ ਹੈ, ਉਹਦੇ ਚ ਲਿਖਿਆ ਵੀ ਜਿਹੜੀਆਂ ਦੋ ਸ੍ਰੀ ਸਾਹਿਬਾਂ ਨੇ ਇਹ ਆਕਾਸ਼ ਤੋਂ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਉਤਰੀਆਂ। ਮੈਨੂੰ ਉਸ ਇਤਿਹਾਸਕਾਰ ਦਾ ਨਾਂ ਭੁੱਲ ਗਿਆ ਹੈ, ਉਰਦੂ ਚ ਪੁਸਤਕ ਲਿਖੀ ਹੈ, ਤੇ ਉਹਦੇ ਨਾਲ ਮੇਰੇ ਮਨ ਵਿੱਚ ਕਿੰਤੂ ਹੈ ਵੀ ਇਹ ਕਿਵੇਂ ਹੋ ਸਕਦਾ। ਉਹ ਨਾਲ ਹੀ ਉਸ ਇਤਿਹਾਸਕਾਰ ਨੇ ਆਵਾਜ਼ ਦਿੱਤੀ, ਕਹਿਣ ਲੱਗਾ ਵੀ ਜੇ ਮੁਹੰਮਦ ਸਾਹਿਬ ਨੂੰ ਖੁਦਾ ਵੱਲੋਂ
ਕੁਰਾਨ ਨਾਜ਼ਲ ਹੋ ਸਕਦਾ ਤੇ ਗੁਰੂ ਪਾਤਸ਼ਾਹ ਨੂੰ ਸ੍ਰੀ ਸਾਹਿਬਾਂ ਕਿਉਂ ਨਹੀਂ ਆ ਸਕਦੀਆਂ? ਉਹਨੇ ਕਨੈਮ ਨਹੀਂ ਕੀਤਾ ਮੁਹੰਮਦ ਸਾਹਿਬ ਦੇ ਵਿਚਾਰ ਨੂੰ। ਕਹਿੰਦੇ ਵੀ ਉਹ ਖੁਦਾ ਦੇ ਪੈਗੰਬਰ ਨੇ ਤੇ ਜੇ ਅੱਲਾਹ ਤਾਲਾ ਵੱਲੋਂ ਉਹਨਾਂ ਨੂੰ ਕੁਰਾਨ ਨਾਜ਼ਲ ਹੋ ਸਕਦਾ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਵੀ ਕਰਤਾਰ ਦੇ ਘਰ ਦੀ ਡਿਊਟੀ ਨਿਭਾਉਣ ਵਾਸਤੇ ਆਏ ਨੇ ਤਾਂ ਸ੍ਰੀ ਸਾਹਿਬਾਂ। ਰੋਹ ਵਿਚਾਰ, ਪਾਤਸ਼ਾਹ ਨੇ 2 ਕਿਰਪਾਨਾਂ ਧਾਰਨ ਕੀਤੀਆਂ। ਕਿਰਪਾਨ ਦਾ ਅਰਥ ਹੁੰਦਾ ਕਿਰਪਾ ਦਾ ਕਰ। ਇੱਕ ਯਾਦ ਰੱਖਿਆ ਜੇ, ਆਪਣਾ ਕਨਸਟੀਟਿਊਸ਼ਨ ਹੈ, ਉੱਥੇ ਇੱਕ ਇਤਿਹਾਸ ਰਾਈਟ ਟੂ ਰਿਲੀਜਨ, ਧਰਮ ਦਾ ਅਧਿਕਾਰ। ਉਹ ਸਾਡੇ ਕਨਸਟੀਟਿਊਸ਼ਨ 'ਚ ਲਿਖਿਆ ਹੈ ਕਿ ਸਿੱਖ ਨੂੰ ਕਿਰਪਾਨ ਪਾਉਣ ਦਾ ਹੱਕ ਹੈ। ਜਦੋਂ ਇਹ ਸੰਵਿਧਾਨ ਤਿਆਰ ਹੋ ਰਿਹਾ ਸੀ ਨਾ, ਇੱਕ ਮੁਸਲਮਾਨ ਬੀਬੀ, ਉਹਦਾ ਰਸੂਲ ਕਰਕੇ ਮੈਂ ਪੜ੍ਹਿਆ, ਉਹ ਕਹਿਣ ਲੱਗੀ ਵੀ ਤੁਸੀਂ ਘੜੀ ਮੁੜੀ ਕਿਰਪਾਨ ਦੀ ਗੱਲ ਕਰਦੇ, ਤਲਵਾਰ 'ਚ ਕੀ ਫਰਕ ਹੈ? ਸੁਭਾਵਿਕ ਇਹ ਨਹੀਂ ਕਿ ਉਹਨੇ ਬੀਬੀ ਨੇ ਖੰਡਨ ਕੀਤਾ, ਵਿਚਾਰਾਂ ਕਰਦਿਆਂ ਕਰਦਿਆਂ ਸਰਦਾਰ ਵੱਲਭ ਭਾਈ ਪਟੇਲ ਨੇ ਇੱਕ ਬੜੀ ਸੁੰਦਰ ਗੱਲ ਕਹੀ। ਕਹਿਣ ਲੱਗਾ, ਭੈਣ ਜੋ ਤੂੰ ਕਹਿੰਦੀ ਠੀਕ ਹੀ ਨਹੀਂ ਹੈ, ਲੇਕਿਨ ਸਿੱਖ ਦੇ ਕੋਲ ਇਹ ਤਲਵਾਰ ਆ ਜਾਏ ਨਾ, ਉਦੋਂ ਤਲਵਾਰ ਨਹੀਂ ਰਹਿੰਦੀ, ਇਹ ਕਿਰਪਾਨ ਬਣ ਜਾਂਦੀ ਹੈ। ਤੁਸੀਂ ਕਿਸੇ ਗ੍ਰੰਥ ਵਿੱਚ ਕਿਰਪਾਨ ਨੂੰ ਜ਼ੁਲਮ ਭਰੀ ਕਿਰਪਾਨ ਨਹੀਂ ਪੜ ਸਕਦੇ। ਤਲਵਾਰ ਤਾਂ ਪੜ ਲੈਨੇ ਵੀ ਜ਼ੁਲਮ ਭਰੀ ਤਲਵਾਰ, ਲੇਕਿਨ ਕਿਰਪਾਨ ਦੇ ਨਾਲ ਤੁਹਾਨੂੰ ਜ਼ੁਲਮ ਭਰਿਆ ਲਫ਼ਜ਼ ਕਿਤੇ ਨਹੀਂ ਮਿਲੇਗਾ। ਕਿਰਪਾਨ 2 ਚੀਜ਼ਾਂ ਦਾ ਕੰਬੀਨੇਸ਼ਨ ਹੈ, ਕਿਰਪਾ ਪਲੱਸ ਆਨ। ਕਿਰਪਾਨ ਪਾ ਕਰਕੇ ਦਇਆ ਕਰਨੀ ਹੈ, ਲੇਕਿਨ ਸਵੈ ਸਤਿਕਾਰ ਲਈ ਇਹਦੀ ਵਰਤੋਂ ਕਰਨੀ ਹੈ, ਗਰੀਬ ਮਾਰਨ ਲਈ ਨਹੀਂ, ਗਰੀਬ ਮਾਰਨ ਲਈ ਨਹੀਂ। ਮੇਰੇ ਪਾਤਸ਼ਾਹ ਨੇ 2 ਕਿਰਪਾਨਾਂ ਧਾਰਨ ਕੀਤੀਆਂ, ਜਿਹੜੀਆਂ ਆਪਾਂ 2 ਪੱਗਾਂ ਬੰਨ੍ਹਦੇ ਆ ਨਾ। ਆ ਕਈ ਬੰਦੇ ਕਹਿੰਦੇ ਜਿਹਦਾ ਕੀ ਮਤਲਬ ਹੈ, ਆਪਾਂ ਥੱਲੇ 2.5 ਮੀਟਰ ਦਾ ਜਾਂ ਕਈ ਗੁਰਮੁਖ ਭਾਰੀ 5 ਦੀ ਬੰਨ੍ਹਦੇ ਨੇ, ਉੱਤੇ ਫਿਰ ਪੱਗ। ਤੇ ਕਈ ਬੰਦੇ ਕਹਿੰਦੇ ਜਿਹਦਾ ਕੀ ਮਹੱਤਵ ਹੈ, ਇਹਦੀ ਕੀ ਲੋੜ ਹੈ? ਇਹਦਾ ਜਵਾਬ ਇਹ ਹੈ, ਗੁਰੂ ਘਰ ਇੱਕ ਕ੍ਰਾਂਤੀਕਾਰੀ ਤੇ ਸੁਧਾਰਕ ਹੈ, ਨਾਲ ਕ੍ਰਾਂਤੀ ਨਾਲੇ ਸੁਧਾਰਕ। ਦਿੱਲੀ ਦੀ ਸਰਕਾਰ ਦਾ ਇੱਕ ਹੁਕਮ ਸੀ ਭਾਈ ਮੁਸਲਮਾਨਾਂ ਤੋਂ ਬਿਨਾਂ, ਸਾਡੇ ਉੱਤੇ ਬਿਨਾਂ ਕੋਈ ਬੰਦਾ ਸ਼ਾਸਤਰ ਨਹੀਂ ਰੱਖ ਸਕਦਾ, ਕੋਈ ਘੋੜੇ ਤੇ ਨਹੀਂ ਚੜ ਸਕਦਾ, ਕਿਸੇ ਨੂੰ ਪੱਗ ਬੰਨ੍ਹਣ ਦਾ ਹੱਕ ਨਹੀਂ। ਲੇਕਿਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਮੰਗਾਰਿਆ, ਤੁਸੀਂ ਕਹਿੰਦੇ ਪੱਗ ਨਹੀਂ ਬੰਨ੍ਹਣ ਦੇਣੀ, ਮੈਂ 2 ਬੰਨ੍ਹਣ ਲੱਗਾ ਤੇ 2 ਬਣਾਉਣੀਆਂ ਜੇ। ਤੁਸੀਂ ਕਹਿੰਦੇ ਸ਼ਾਸਤਰ ਨਹੀਂ ਪਹਿਨਣ ਦੇਣੇ, ਲੋਕੀ ਅੱਗੇ 1 ਕਿਰਪਾਨ ਵਰਦੇ ਸਨ, ਮੈਂ 2 ਪਹਿਨਣ ਲੱਗਾ ਜੇ, ਰੋਕ ਕੇ ਵਿਖਾਓ। ਤੁਸੀਂ ਕਹਿੰਦੇ ਗੈਰ ਕੌਮ ਦਾ ਬੰਦਾ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਤੇ ਮੇਰੇ ਪਾਤਸ਼ਾਹ ਨੇ ਆਖਿਆ ਭਾਈ ਜਿਹਨੇ ਗੁਰੂ ਘਰ ਦੀਆਂ ਖੁਸ਼ੀਆਂ ਲੈਣੀਆਂ ਉਹ ਮੈਨੂੰ ਘੋੜੇ ਭੇਟ ਕਰਨ। ਔਰ ਬਾਬਾ ਵਿਧੀ ਚੰਦ ਆਪਣੇ ਪਿੰਡ ਚੋਂ 52 ਸਿੱਖਾਂ ਨੂੰ ਲੈ ਕੇ ਆਇਆ, ਔਰ ਉਹਨਾਂ ਨੇ ਆਣ ਕੇ ਆਖਿਆ ਪਾਤਸ਼ਾਹ ਸਾਨੂੰ ਤਨ ਢੱਕਣ ਲਈ ਕੱਪੜਾ ਚਾਹੀਦਾ ਹੈ, ਅਸੀਂ ਆਪਣੇ ਆਪ ਤੁਹਾਨੂੰ ਸਮਰਪਿਤ ਕਰਦੇ ਹਾਂ। ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਖ ਸੱਚਾ ਪਾਤਸ਼ਾਹ ਕਹਿ ਕੇ ਬੁਲਾਉਂਦੇ ਨੇ ਉਦੋਂ ਤੋਂ। ਕਿਉਂ? ਇੱਕ ਸਾਦੀ ਸਵਾਲ, ਅਸੀਂ ਹਿੰਦੁਸਤਾਨ ਦੇ ਜੋ ਬਾਦਸ਼ਾਹਾਂ ਦਾ ਵੇਰਵਾ ਪੜ੍ਹਦੇ ਹਾਂ, ਅਕਬਰ, ਬਾਬਰ, ਹੁਮਾਯੂੰ, ਔਰੰਗਜ਼ੇਬ, ਸ਼ਾਹਜਹਾਨ ਵਗੈਰਾ, ਉੱਥੇ ਲਫ਼ਜ਼ ਆਉਂਦਾ ਬਾਦਸ਼ਾਹ। ਜਦੋਂ 10 ਗੁਰੂ ਸਾਹਿਬਾਨਾਂ ਦੇ ਗੱਲ ਕਰਦੇ ਉੱਥੇ ਅਸੀਂ ਕਹਿੰਦੇ ਪਾਤਸ਼ਾਹ, ਉੱਥੇ ਬੱਬਾ, ਇੱਥੇ ਪੱਪਾ। ਇਹਦਾ ਕਾਰਨ ਕੀ ਹੈ? ਬਾਦਸ਼ਾਹ ਦਾ ਅਰਥ ਹੈ, ਬਾਦ ਕਹਿੰਦੇ ਨੇ ਝਗੜੇ ਨੂੰ, ਜਿਹੜਾ ਜ਼ਿੰਦਗੀ ਪਰਯੰਤ ਝਗੜੇ ਕਰਦਾ ਰਹੇ, ਝਗੜੇ ਨਿਬੇੜਦਾ ਰਹੇ, ਉਹ ਹੈ ਬਾਦਸ਼ਾਹ। ਤੇ ਗੁਰੂ ਨੂੰ ਪਾਤਸ਼ਾਹ ਤਾਂ ਕਹਿੰਦੇ, ਇਹਦੇ ਕੋਲ ਗਰੀਬ ਤੋਂ ਗਰੀਬ ਗਿਆ ਤੇ ਗੁਰੂ ਨੇ ਉਹਨੂੰ ਪੱਤ ਦਿੱਤੀ, ਇੱਜ਼ਤ ਦਿੱਤਾ। ਗੁਰੂ ਨਿਮਾਣਿਆਂ ਨੂੰ ਪੱਤ ਦਿੰਦਾ, ਇਸ ਕਾਰਨ ਕਰਕੇ ਕਹਿੰਦੇ ਨੇ ਪਾਤਸ਼ਾਹ। ਬੜੀ ਢੁਕਵੀਂ ਸਾਖੀ ਮੇਰੇ ਸਾਹਮਣੇ ਆ ਗਈ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੇ ਮਾਲਕ ਆਗਰੇ ਗਏ ਨੇ। ਜਹਾਂਗੀਰ ਬਾਦਸ਼ਾਹ ਨੇ ਗੁਰਦੇਵ ਨੂੰ ਸੁਭਾਵਿਕ ਸਵਾਲ ਕੀਤਾ, ਮਹਾਰਾਜ ਮਾਫੀ ਦਿਆ ਜੇ, ਮੇਰੇ ਅੰਦਰ ਫੁਰਨਾ ਆ ਗਿਆ ਕਿ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਜਹਾਂਗੀਰ ਕਹਿੰਦਾ, ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਭਾਈ ਉਹਨੂੰ ਪੁੱਛ ਲਾ। ਮੈਂ ਕਹਿੰਦਾ ਵੀ ਮੈਨੂੰ ਪਾਤਸ਼ਾਹ ਕੋ, ਤੇ ਫਿਰ ਤਾਂ ਮੈਨੂੰ ਪੁੱਛ, ਮੈਂ ਜਵਾਬ ਦਿਆਂ।
ਜਿਹੜੇ ਕਹਿੰਦੇ ਉਹਨੂੰ ਪੁੱਛ। ਭਾਣਾ ਵਰਤਿਆ। ਉਸ ਨਗਰ ਦੇ ਵਿੱਚ ਗਰੀਬ ਸਿੱਖ ਸੀ, ਕਾਗ ਖੋਦਣ ਵਾਲਾ। ਉਹਨੂੰ ਪਤਾ ਲੱਗਾ ਵੀ ਸਤਿਗੁਰੂ ਪਾਤਸ਼ਾਹ ਇਹਨਾਂ ਨੂੰ ਚਾਹ ਚੜ ਗਿਆ ਵੀ ਅਸੀਂ ਗਰੀਬ ਹਾਂ, ਸਾਡੇ ਕੋਲ ਕਿੱਥੇ ਜਾਇਆ ਜਾਂਦਾ, ਸਾਡੀ ਤਾਰਨ ਵਾਸਤੇ ਮਾਲਕ ਆਇਆ। ਅੱਗੇ ਨਾਲੋਂ ਪਹਿਲਾਂ ਉੱਠਿਆ, ਉਹਨੇ ਘਾਹ ਦੀਆਂ 2 ਪੰਡਾਂ ਖੋਦੀਆਂ। ਇੱਕ ਪੰਡ ਦੇ ਪੈਸੇ 1 ਟਕਾ ਆਪਣੀ ਧਰਮ ਪਤਨੀ ਨੂੰ ਦੇ, ਕਹਿਣ ਲੱਗਾ ਭਾਗਾਂ ਵਾਲੇ ਬੱਚਿਆਂ ਦੀ ਰੋਟੀ ਪਾਣੀ ਦਾ ਪ੍ਰਬੰਧ ਕਰ। 1 ਟਕਾ ਲੈ ਲਿਆ। ਜਿੱਥੇ ਬਾਦਸ਼ਾਹ ਤੇ ਗੁਰਦੇਵ ਦਾ ਤੰਬੂ ਸੀ ਉੱਥੇ ਆ ਗਿਆ। ਉਹਨੂੰ ਪਤਾ ਨਹੀਂ। ਉਹਨੇ ਪਹਿਰੇਦਾਰ ਨੂੰ ਪੁੱਛਿਆ ਵੀ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਹੈ। ਹੁਣ ਪਹਿਰੇਦਾਰ ਨੂੰ ਕੀ ਪਤਾ, ਸਾਡੇ ਵਰਗਾ ਦੇਸੀ ਆਮ। ਹੁਣ ਉਹ ਬਾਦਸ਼ਾਹ ਦਾ ਚਮਚਾ ਸੀ ਤੇ ਉਹਨੇ ਬਾਦਸ਼ਾਹ ਤੰਬੂ ਭੇਜ ਦਿੱਤਾ। ਜਦੋਂ ਉਹ ਗੁਰਸਿੱਖ ਬਾਦਸ਼ਾਹ ਜਹਾਂਗੀਰ ਦੇ ਤੰਬੂ 'ਚ ਗਿਆ ਤੇ ਬਾਦਸ਼ਾਹ ਨੇ ਵੇਖਿਆ ਵੀ ਇੱਕ ਮੈਲੇ ਜੇ ਕੱਪੜਿਆਂ ਵਾਲਾ ਸਾਦਾ ਜਿਹਾ ਬੰਦਾ ਤੰਬੂ 'ਚ ਆ ਗਿਆ। ਉਹਨੇ ਬਾਦਸ਼ਾਹ ਦੇ ਅੱਗੇ ਟਕਾ ਰੱਖ ਕੇ ਤੇ ਮੱਥਾ ਟੇਕ ਦਿੱਤਾ। ਬਾਦਸ਼ਾਹ ਹੋਰ ਹੈਰਾਨ, ਕਹਿਣ ਲੱਗਾ ਵੀ ਭਾਈ ਤੂੰ ਕੌਣ ਹੈ, ਕੀ ਚਾਹੁੰਦਾ? ਕਹਿੰਦਾ ਜੀ ਮੈਂ ਗਰੀਬ ਸਿੱਖ ਹਾਂ, ਮੇਰੇ ਤੇ ਕਿਰਪਾ ਕਰ, ਮੇਰਾ ਲੋਕ ਪਰਲੋਕ ਸੌਰ ਜਾਏ। ਬਾਦਸ਼ਾਹ ਦਾ ਮੱਥਾ ਠੜਕਿਆ, ਕਹਿਣ ਲੱਗਾ ਮਿੱਤਰਾ ਭੁਲੇਖੇ ਨਾਲ ਗਲਤ ਥਾਂ ਤੇ ਆ ਗਿਆ। ਹਾਂ ਤੂੰ ਮੇਰੇ ਕੋਲ ਆਇਆ, ਮੈਂ ਬਾਦਸ਼ਾਹ ਹਿੰਦੁਸਤਾਨ ਦਾ, ਮੈਂ ਤੈਨੂੰ 2 ਪਿੰਡ ਦੇ ਦੇਣਾ। ਆਪਾਂ ਸਿੱਖਾਂ ਧਿਆਨ ਦਿਆ ਜੇ ਧਿਆਨ। ਸਿੱਖ ਕਹਿਣ ਲੱਗਾ ਵੀ ਮੈਨੂੰ 2 ਪਿੰਡ ਨਹੀਂ ਚਾਹੀਦੇ, ਮੈਨੂੰ ਗੁਰੂ ਕੇ ਚਰਨ ਚਾਹੀਦੇ ਨੇ। ਆਪਾਂ ਮੰਗਦੇ ਆ ਪਦਾਰਥ, ਮਾਣ ਮੰਗੂ, ਤਾਣ ਮੰਗੂ, ਧਨ ਲਖਮੀ ਸੁੱਤ ਦੇ, ਇੱਥੋਂ ਤੱਕ ਆਪਾਂ ਸੀਮਤ। ਮੇਰੀ ਜੈ ਜੈਕਾਰ ਹੋਵੇ, ਮੇਰੇ ਕਾਕੇ ਆਗਿਆਕਾਰੀ ਹੋਣ। ਨਾ ਨਾ, ਗੁਰਸਿੱਖ ਕੀ ਮੰਗਦਾ ਹੈ? ਭਾਈ ਗੁਰਦਾਸ ਕਹਿੰਦੇ 4 ਪਦਾਰਥ ਆਖੀਨ, ਸਤਿਗੁਰ ਦੇ ਨਾ ਗੁਰਸਿੱਖ ਮੰਗੇ। ਗੁਰਬਾਣੀ ਵਿੱਚ 4 ਪਦਾਰਥਾਂ ਦਾ ਜ਼ਿਕਰ ਹੈ। ਗੁਰੂ ਦਿੰਦਾ ਪਰ ਸਿੱਖ ਕਹਿੰਦਾ ਜੀ ਮੈਨੂੰ ਨਹੀਂ ਚਾਹੀਦੇ, ਤੇ ਗੁਰੂ ਕਹਿੰਦਾ ਫਿਰ ਤੈਨੂੰ ਚਾਹੀਦਾ ਕੁਝ ਨਹੀਂ। ਕਹਿੰਦਾ ਚਾਹੀਦਾ ਕੀ? ਬਿਨ ਧੁਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖਿਆ, ਉਤਰੇ ਮਨ ਕੀ ਭੁੱਖ। ਮੈਂ ਤੇਰੇ ਕੋਲੋਂ ਤੈਨੂੰ ਮੰਗਦਾ, ਤੇਰੇ ਤੋਂ ਬਿਨਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਸਿੱਖ ਦੀ ਮੰਗ ਹੀ ਚਾਹੀਦੀ, ਮੈਨੂੰ ਤੂੰ ਚਾਹੀਦਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਜਹਾਂਗੀਰ ਬਾਦਸ਼ਾਹ ਦੇ ਅੱਗੋਂ ਕਿਰਤੀ ਗਰੀਬ ਸਿੱਖ ਨੇ ਟਕਾ ਚੁੱਕ ਲਿਆ। ਬਾਦਸ਼ਾਹ ਦਾ ਮੱਥਾ ਠਣਕਿਆ ਵੀ ਸਿੱਖ ਇਹੋ ਜਿਹੇ ਨੇ। ਹੁਣ ਤਾਂ ਗੁਰੂ ਪਿਆਰਿਓ, ਆ ਜਿਉਂਦੇ ਨੇ ਪੈਸਿਆਂ ਵਾਲੇ ਜੇ ਕਹਿੰਦੇ ਵੀ ਤੁਹਾਡੇ ਕਾਕੇ ਫ੍ਰੀ ਪੜ੍ਹਾ ਦੇ, ਕਹਿੰਦੇ ਅਸੀਂ ਤੁਹਾਡੇ ਧਰਮ ਚ ਰਲ ਜਾਂਦੇ ਆ। ਆਪਾਂ ਤਾਂ ਐਡਾ ਬਕਾਊ ਮਾਲ ਹੋ ਗਿਆ ਅੱਜ ਕੱਲ੍ਹ ਤਾਂ ਪੰਥ, ਵੀ ਤੁਹਾਡੇ ਕਾਕਿਆਂ ਦੀ ਫ੍ਰੀ ਫੀਸ 70,000 ਰੁਪਇਆ ਦੇ ਦਿਆਂਗੇ, 2 ਕਮਰੇ ਪਾ ਦਿਆਂਗੇ, ਆ ਜਾਓ ਸਾਡੇ ਨਾਲ। ਕਹਿੰਦੇ ਜੀ ਹੁਣ ਬੂਠਾ ਲਵਾ ਲਓ। ਇਹ ਸਿੱਖ ਦਾ ਕਲਚਰ ਨਹੀਂ। ਸਿੱਖ ਦਾ ਕਲਚਰ ਕੀ ਹੈ? ਪੰਜਾਬ ਦਾ ਸੂਬੇਦਾਰ ਜ਼ਕਰੀਆ ਖਾਂ ਸ਼ਵੇਕ ਸਿੰਘ ਨੂੰ ਕਹਿੰਦਾ ਵੀ ਆਪਣੀ ਮੈਂ ਧੀ ਵਿਆਹ ਦਿਆਂਗਾ। ਉਹ ਕਹਿੰਦਾ ਮੈਂ ਸਿੱਖ ਹਾਂ, ਮੈਂ ਤੇਰੀ ਬੇਟੀ ਨਹੀਂ ਲੈਣੀ। ਔਰ ਪਿਓ ਤੇ ਪੁੱਤ ਚਰਖੜੀ ਦੇ ਚੜੇ। ਗੱਲ ਕੀ ਹੈ? ਉਹਨਾਂ ਨੇ ਸੂਬੇ ਦੀ ਲੜਕੀ ਦੀ ਪੇਸ਼ਕਸ਼ ਪ੍ਰਵਾਨ ਨਹੀਂ ਕੀਤੀ। ਹੁਣ ਤਾਂ ਬੱਚਿਆਂ ਦੀ ਫੀਸਾਂ ਵਾਸਤੇ ਆਪਾਂ ਧਰਮ ਛੱਡ ਦਿੰਦੇ ਆ। ਸਾਡਾ ਮੂਲ ਇਹ ਨਹੀਂ। ਅਗਰ ਸਾਡੇ ਵਡੇਰੇ ਵਿਕਾਊ ਹੁੰਦੇ ਨਾ, ਉਹ ਚਰਖੜੀਆਂ ਤੇ ਨਾ ਚੜਦੇ। ਸਾਡੇ ਵਡੇਰੇ ਵਿਕਾਊ ਹੁੰਦੇ। ਆ ਮੇਰੀਆਂ ਧੀਆਂ ਭੈਣਾਂ ਬੈਠੀਆਂ ਨੇ, ਮੈਨੂੰ ਆਪਣੇ ਇਲਾਕੇ ਤੋਂ ਗੱਲ ਚੇਤਾ ਕਿ ਸਾਡੇ ਲਾਗੇ ਪੱਟੀ ਸ਼ਹਿਰ ਹੈ, ਪੱਟੀ ਦੀ ਜੇਲ੍ਹ ਵਿੱਚ ਬੀਬੀਆਂ ਨੂੰ 1.25 ਮਣ ਦਾਣੇ ਮਿਲਦੇ ਪੀਸਣ ਲਈ। 20 ਸਿਰ ਮਣ 2 ਤਰ੍ਹਾਂ ਦਾ, ਕੱਚਾ ਤੇ ਇੱਕ ਪੱਕਾ। ਪੱਕਾ ਮਣ 40 ਸਿਰ ਦਾ ਤੇ ਕੱਚਾ 16 ਸਿਰ ਦਾ ਬਣਦਾ। 20 ਸਿਰ ਦਾਣੇ ਮਿਲਦੇ ਨੇ। ਅੱਗੇ ਅਰਦਾਸ ਕਰਦੇ ਹੁੰਦੇ ਗੁਰਮੁਖ ਪਿਆਰੇ, ਜਿਨ੍ਹਾਂ ਬੀਬੀਆਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, 1.25 ਮਣ ਦੇ ਪੀਸਣੇ ਪੀਸੇ, ਬੱਚਿਆਂ ਦੇ ਟੋਟੇ ਕਰਾ, ਗਲਾਂ ਵਿਚਾਰ ਪਾਏ। ਤਿੰਨਾਂ ਮਾਈਆਂ ਬੀਬੀਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਇਹ ਸਾਡਾ ਮੂਲ ਸੀ। ਬੀਬੀਆਂ ਨੇ ਬੱਚਿਆਂ ਦੇ ਟੋਟੇ ਕਰਾਏ, 1.25 ਮਣ ਦਾ ਪੀਸਣਾ ਪੀਸਿਆ। ਰੋਟੀ ਮਿਲਦੀ 4 ਬੀਬੀਆਂ ਨੂੰ 1 ਰੋਟੀ।
ਜਿਹੜੀ ਨੌਜਵਾਨ ਬੀਬੀ ਉਹ ਕਹਿੰਦੀ ਮਾਂ ਤੂੰ ਖਾ ਲਾ, ਮੈਂ ਤਾਂ ਮੇਰੇ ਸੀਰ ਤੇ ਬਰ ਮੈਂ ਤਾਂ ਕੱਢ ਜਾਗੀ 4 ਦਿਨ। ਜਿਹੜੀ ਬਜ਼ੁਰਗ ਮਾਂ ਉਹ ਕਹਿੰਦੀ ਧੀਏ ਮੈਂ ਤਾਂ ਕੰਢੇ ਲੱਗੀਆਂ, ਤੇਰੇ ਕੋਲ ਨਿੱਕਾ ਜਿਹਾ ਕਾਕਾ, ਜੇ ਤੂੰ ਰੋਟੀ ਖਾਵੇਂਗੀ ਤੈਨੂੰ ਦੁੱਧ ਤਰੇਗਾ, ਮਾਸੂਮ ਬੱਚਾ ਦੁੱਧ ਘੁੱਟ ਪੀ ਲੇਗਾ। ਉਹ ਉਹਨੂੰ ਦਿੰਦੀ ਹੈ, ਉਹ ਉਹਨੂੰ ਦਿੰਦੀ ਹੈ। ਦੁਸ਼ਟ ਇੱਥੇ ਨਹੀਂ ਖਲੋਤੇ, ਉਹਨਾਂ ਦੇ ਉਹਨਾਂ ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਹਾਰ ਪਵਾਏ ਤੇ ਬੀਬੀਆਂ ਨੇ ਪੰਕਤੀਆਂ ਪੜੀਆਂ ਕਿ ਧਿਆਦੂ ਭੂ ਸਦਮਾਰ ਇਹ ਵੀ ਦਾਤ ਤੇਰੀ ਦਤਾਰ। ਹੇ ਮੇਰੇ ਸਤਿਗੁਰੂ ਇਹ ਵੀ ਤੇਰੀ ਦਾਤ ਹੈ, ਮੇਰੀ ਕੁੱਖ ਸਖਲੀ ਹੋ ਗਈ, ਮੈਂ ਸ਼ਹੀਦ ਦੀ ਮਾਂ ਬਣ ਗਈ। ਸਾਡਾ ਮੂਲ ਇਹ ਜੇ ਅਸੀਂ ਵਿਕਾਊ ਨਹੀਂ। ਹੋਇਆ ਕਿ ਬਾਦਸ਼ਾਹ ਦੇ ਅੱਗੋਂ 2 ਪੈਸੇ ਟਕਾ ਚੁੱਕ ਲਿਆ, ਚਲਾ ਗਿਆ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਦਰ ਤੇ, ਟਕਾ ਕੇ ਰੱਖਿਆ, ਮੱਥਾ ਰਗੜਿਆ, ਆਗਿਆ ਕਰਦੇ ਕਿਰਪਾ ਮੇਰੇ ਮਾਲਕਾ। ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਨਿਹਾਲ ਨਿਹਾਲ ਨਿਹਾਲ। ਜਦੋਂ ਇਹ ਗੱਲ ਕਹੀ ਤੇ ਜਹਾਂਗੀਰ ਵੀ ਧਰਮ ਕਰਕੇ ਗੁਰੂ ਦੇ ਚਰਨਾਂ ਤੇ ਡਿੱਗ ਪਿਆ। ਹਜ਼ੂਰ ਕਹਿੰਦੇ ਬਾਦਸ਼ਾਹ ਤੂੰ ਕਿਵੇਂ ਭਾਈ? ਕਹਿਣ ਲੱਗਾ ਮੈਨੂੰ ਅੱਜ ਪਤਾ ਲੱਗਾ ਤੈਨੂੰ ਸੱਚਾ ਪਾਤਸ਼ਾਹ ਕਿਵੇਂ ਕਹਿੰਦੇ ਨੇ। ਇੱਕ ਟਕੇ ਦੇ ਉੱਪਰ ਲੋਕ ਤੇ ਪ੍ਰੋਗ ਸਵਾਦ ਦਿੱਤਾ ਜੀ, ਇੱਕ ਟਕੇ ਤੇ। ਇਹ ਹੈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜਿਹੜਾ ਇੱਕ ਟਕੇ ਤੇ ਲੋਕ ਸਵਾਰ ਦਿੰਦਾ ਹੈ। ਇੱਕ ਬੀਬੀ ਜਿਹਦਾ ਨਾਮ ਭਾਗ ਭਰੀ ਕਰਕੇ ਲਿਖਿਆ ਸਾਖੀ ਦੇ ਵਿੱਚ, ਸਾਨੂੰ ਇਹ ਸਿੱਖਿਆ ਮਿਲਦੀ ਕਿ ਸਿੱਖ ਦਾ ਗੁਰੂ ਤੇ ਨਿਸ਼ਚਾ ਕਰਨਾ ਚਾਹੀਦਾ। ਜਦੋਂ ਗੁਰੂ ਮਹਾਰਾਜ ਨੇ, ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਘਰ ਦੀਆਂ 22 ਪ੍ਰਚਾਰਕ ਨਿਯੁਕਤ ਕੀਤੇ, 52 ਗੁਰਮੁਖਾਂ ਦੀ ਡਿਊਟੀ ਲਾਈ, ਉੱਥੇ 22 ਮੰਜੀਆਂ ਪੀੜੀਆਂ, 22 ਮੰਜੀਆਂ ਤੇ 52 ਪੀੜੇ ਕਰਕੇ ਲਿਖੇ। ਉਹਨਾਂ 'ਚ ਗੁਰੂ ਘਰ ਦੀ ਪ੍ਰਚਾਰਕ ਸੀ ਬੀਬੀ ਭਾਗ ਭਰੀ, ਉਹਦੀ ਡਿਊਟੀ ਲੱਗੀ ਹੈ ਸ਼੍ਰੀਨਗਰ ਦੇ ਇਲਾਕੇ 'ਚ। ਸਮੇਂ ਨਾਲ ਬਜ਼ੁਰਗ ਹੋਣਾ। ਮਾਤਾ ਦਾ ਸਰੀਰ ਵਡੇਰਾ ਹੋ ਗਿਆ, ਉਹਨੇ ਬੜੀ ਭਾਵਨਾ ਦੇ ਨਾਲ ਹੌਲੀ ਹੌਲੀ ਚਰਖੇ ਤੇ ਇੱਕ ਰੇਜਾ ਤਿਆਰ ਕੀਤਾ, ਖੱਦਰ ਦਾ ਕੱਪੜਾ, ਤੇ ਕਹਿਣ ਲੱਗੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੈਂ ਤੇ ਇਥੋਂ ਹੋਰ ਕੁਝ ਨਹੀਂ ਮੰਗਦੀ, ਪਰ ਇੱਕ ਮੰਗ ਹੈ। ਕਿਹੜੀ ਮੰਗ? ਆਹ ਖੱਦਰ ਦਾ ਚੋਲਾ ਕੱਪੜਾ ਨਾ, ਇਹ ਮੈਂ ਪ੍ਰੇਮ ਨਾਲ ਤੇਰੇ ਲਈ ਤਿਆਰ ਕੀਤਾ ਏ, ਤੇ ਕਿਤੇ ਗਰੀਬਣੀ ਤੇ ਕਿਰਪਾ ਕਰ ਇਸ ਖੱਦਰ ਦਾ ਚੋਲਾ ਆਣ ਕੇ ਪਹਿਲੇ ਤੇ ਮੇਰੀਆਂ ਮੁਰਾਦਾਂ ਪੂਰੀਆਂ ਹੋ ਜਾਣ। ਅੱਜ ਕੱਲ ਦਾ ਕੋਈ ਦੇਹ ਧਾਰੀ ਇਹੋ ਜਿਹਾ ਜਿਹੜਾ ਖੱਦਰ ਦੇ ਚੋਲੇ ਦੇ ਖੁਸ਼ ਹੋ ਜਾਏ। ਉਥੇ ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਹੋਰਾਂ ਨੇ ਸਾਖੀ ਪੜ੍ਹਾਈ। ਉਹ ਕਹਿਣ ਲੱਗੇ ਮਾਤਾ ਦੀ ਪਰਖ ਵਾਸਤੇ ਦੇਵਤਿਆਂ ਦਾ ਸ਼੍ਰੋਮਣੀ ਇੰਦਰ ਆਇਆ, ਕਹਿਣ ਲੱਗਾ ਬੇਬੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਤੇਰੇ ਕੋਲ ਕਿੱਥੇ ਆਉਣਾ ਹੈ? ਉਹਨੂੰ ਤੋਪਾਂ ਭੇਟ ਕਰਦੇ ਨੇ, ਦਿਸ਼ਾਲੇ ਭੇਟ ਕਰਦੇ ਨੇ, ਘੋੜੇ ਭੇਟ ਕਰਦੇ ਨੇ, ਤੇਰੇ ਖੱਦਰ ਦੇ ਰੇਜੇ ਲਈ ਆ ਜਾਏਗਾ? ਮੈਂ ਇੰਦਰ ਰਾਜਾ ਇੰਦਰ। ਤੇ ਕਹਿਣ ਲੱਗੇ ਮੈਂ ਇੰਦਰ ਨੂੰ ਜਾਣਦੀ ਹਾਂ। ਕਹਿੰਦਾ ਕਿਵੇਂ ਜਾਣਦੀ ਹੈ? ਕਹਿੰਦੀ ਮੇਰੇ ਬਾਪੂ ਨੇ ਮੈਨੂੰ ਪੜਾਇਆ ਇੰਦਰਪੁਰੀ ਮੈਂ ਸਰ ਪਰ ਮਰਨਾ। ਜਿਹੜੀ ਇੰਦਰ ਦੀ ਪੁਰੀ ਹੈ ਨਾ, ਉਹਦੇ ਚ ਮੌਤ ਆਉਣੀ ਤੇ ਮੈਂ ਤੈਨੂੰ ਕਹਿੰਦਾ ਜਾ ਆਪਣੇ ਕੰਮ ਕਰ। ਮੁੜ ਕੇ ਆ ਗਿਆ ਬ੍ਰਹਮਾ 4 ਮੂੰਹਾਂ ਵਾਲਾ, ਕਹਿਣ ਲੱਗਾ ਮੈਨੂੰ ਪਛਾਣਦੀ, ਮੇਰੇ 4 ਮੂੰਹ ਬ੍ਰਹਮਾ ਹੀ ਮੈਂ। ਮਾਤਾ ਮੇਰੀ ਪੁਰੀ ਵਿੱਚ ਚੱਲ। ਤੇ ਕਹਿਣ ਲੱਗੀ ਹੋਵੇਗਾ ਬ੍ਰਹਮਾ ਲੋਕਾਂ ਲਈ, ਮੈਨੂੰ ਤਾਂ ਇਹ ਪਤਾ ਬਾਣੀ ਕਹਿੰਦੀ ਬ੍ਰਹਮਪੁਰੀ ਨਿਰਜਲ ਨਹੀਂ ਰਹਿਣਾ, ਇਹ ਵੀ ਨਹੀਂ ਰਹਿਣੀ। ਫਿਰ ਸ਼ਿਵ ਜੀਵਨ ਭੋਲੇ ਆ ਗਏ, ਕਹਿਣ ਲੱਗੇ ਮੈਂ ਤਾਂ ਭੋਲਾ ਨਾਥ ਹਾਂ, ਮੇਰੇ ਅੰਦਰ ਤਾਂ ਗਰਮੀ ਹੈ ਨਹੀਂ, ਮੈਂ ਤਾਂ ਪਿਆਰ ਵੰਡਦਾ। ਤੇ ਮਾਤਾ ਜੀ ਕਹਿਣ ਲੱਗੀ ਸ਼ਿਵਪੁਰੀ ਕਾ ਹੋਏਗਾ ਕਾਲਾ, 3 ਗੁਣ ਮਾਇਆ ਬਿਨ ਸਬਤਾਲਾ, ਮੈਨੂੰ ਤਾਂ ਗੁਰੂ ਚਾਹੀਦਾ ਹੈ। ਪ੍ਰੇਮ ਦੀ ਤਾਰ ਪਹੁੰਚੀ, ਮੇਰੀ ਪੀੜੀ ਦਾ ਮਾਲਕ ਖੱਦਰ ਦੇ ਚੋਲੇ ਨੂੰ ਪਹਿਨਣ ਵਾਸਤੇ ਗੁਰਮੁਖ ਸ਼੍ਰੀਨਗਰ ਪਹੁੰਚਿਆ, ਖੱਦਰ ਦੇ ਚੋਲੇ ਨੂੰ ਪਹਿਨਣ ਲਈ। ਮਾਤਾ ਦੀ ਉਮਰ ਵਡੇਰੀ, ਪਤਾ ਚੱਲਿਆ ਵੀ ਮਹਾਰਾਜ ਆਏ ਨੇ, ਦਰਵਾਜ਼ਾ ਬੜਾ ਖੁੱਲਾ ਸੀ। ਉਹਦੇ ਬੇਟੇ ਦਾ ਨਾਮ ਸੀ ਸੇਵਾਦਾਸ। ਕਹਿਣ ਲੱਗਾ ਬੇਬੇ ਜਿਨ੍ਹਾਂ ਨੂੰ ਯਾਦ ਕਰਦੀ ਸਾਂ ਉਹ ਆ ਗਏ ਨੇ। ਮਾਤਾ ਨੇ ਖੂੰਡੀ ਹੱਥ ਵਿੱਚ ਫੜੀ ਹੈ, ਪੁੱਤ ਦੇ ਮੋਢੇ ਤੇ ਹੱਥ ਰੱਖ ਕੇ ਦਰਵਾਜ਼ੇ ਤੱਕ ਆ ਗਈ। ਕਹਿਣ ਲੱਗੀ ਮਾਲਕਾ ਬੜੀਆਂ ਮੰਨਦੇ, ਮੇਰੀ ਨਿਮਾਣੀ ਦੀ ਇੱਕ ਤਾਂ ਹੋਰ ਮੰਨ। ਕਹਿੰਦੀ 10 ਬੇਬੇ। ਕਹਿੰਦੀ ਚੜੇ ਚੜਾਏ ਘੋੜੇ ਦੇ, ਚੜੇ ਚੜਾਏ ਨੰਗੂ ਲੋਹੜੀ ਥਾਣੀ। ਮਾਤਾ ਨੇ ਮਹਾਰਾਜ ਦੀ ਥੱਲੇ ਰਕਾਬ ਫੜੀ ਹੈ, ਜਿੱਥੇ ਚਰਨ ਪਾਏ ਨੇ। ਅੰਦਰ ਚਲੇ ਗਏ।
कहन लगे बेबे दस बड़ा याद करदी है। कहन लगी इको एक भावना है, मैं खदर रखा तेरे वास्ते जी चोला पा ले तो मेरी रीझां पूरियां हो जाए। ते गुरु अर्जन सच्चे पातशाह कहन लगे इहदे नाल की हो जाएगा? कहन लगी मैनू पता भी जे चोला पा लिया ना तू मेरा लोक ते पलोक दा पर्दा ढक देना। मैं तो अपना लालच करदी, मेरे लोक ते पलोक दा पर्दा ढक देगा। उत्थे लिखा कि अचेचे तौर ते दर्जी मंगा करके रातों रात चोला तैयार किया। दिन चढ़िया, कहन लगे बेबे मंग। कहन लगी मेरी इको एक मंग है, पातशाह तू पलंगे ते विराजमान हो, मैं थले लम्मे पैनी तू जपजी साहब दा पाठ कर ते मैं शरीर छड्ड जा, मेरी होर कोई मंग नहीं। गुरु अर्जन सच्चे पातशाह पलंगे ते बैठ के जपजी साहब दा पाठ किया। माता ने शरीर छड्डिया। ओदी किन्नी कमाई होवेगी जिस गुरु के चरणों नूं असीं तरते आ ना, उस गुरु अर्जन सच्चे पातशाह ने माता भाग भरी दी अर्थी नूं मोढा दे के संस्कार किया। ओदा ਇਹ ਜੇ गुरु अर्जन सच्चे पातशाह ਉਹਨੂੰ ਮੋਢਾ ਦੇ ਕੇ ਸੰਸਕਾਰ ਕੀਤਾ। गुरु सिख ਦੇ ਕਿੰਨਾ ਕੁ ਲਾਗੇ ਹੈ। ਉਸੇ ਸਮੇਂ ਦੇ ਦਰਮਿਆਨ ਜਦੋਂ ਪਤਾ ਲੱਗਾ ਵੀ गुरु अर्जन सच्चे पातशाह ਤੇ श्रीनगर ਆਏ ਨੇ, उधर फुल बड़े होंगे ने कश्मीर च, किसी ने शहद का भांडा भरिया भी आप गुरु पातशाह नूं शहद भेंट करांगे। मड़का भरिया उपरों ढकिया कपड़े नाल। रस्ते च एक भाई कट्टू नाम का सिख सी, उहदा घर सी, बड़ा प्रेमी सी। कहण लगा गुरमुखो आ मैनूं सेवा का मौका बख्शो, रात नूं मेरे घर टिको। टिक गए। दमे दा रोग सी, साह दा, ते दमे वाले ये शहद बड़ा चंगा हुंदा। कहण लगा गुरमुखो जे थोड़ा जे कौली च पा के मैनूं दे दे, मैं 2 चिमचे चलदा ते मेरी साह सौखा हो जाए। कहण लगे अपना मूँह वेखिया ही, असीं गुरु दी शहद लैके तैनूं किवें दे दईए? चंगा तुहाडी मर्जी। जदों शहद लैके गए ना ते गुरु अर्जन सच्चे पातशाह कहण लगे शहद परां लै जाओ, मैनूं नहीं चाहीदा, शहद परां लै जाओ, मैनूं नहीं चाहीदा। सिख कहंदे पातशाह की गल? कहण लगे जदों मैं मंगिया सी उदों दिता नहीं, हुण मैं की करना? सारे हैरान कि पातशाह तुसीं कदों मंगिया? कहंदे भाई कट्टू ने आख्या सी ना कि मैनूं शहद दिओ, मैं सिखां च वरदा, सिख मेरे तो भिन्न नहीं। आपां पढ़दे इन्हीं की आप दसम पातशाह दी बाणी पढ़ी कि इन्हां दी सेवा मैनूं चंगी लगदी, ये मैनूं अपने नालों प्यारे ने। कहण दा भाव सी कि मैं सिखां विच सिख मेरे विच ने। कहण लगे जी महाराज माड़ा जिहा दर्शन वेखदा लओ। जदों भांडा चुक के वेख्या ते कीड़े पए। कहण लगे कीड़ियां वाला खा ला, शर्मिंदे हो गए। कहंदे लै जाओ चुक के। पातशाह करो किरपा। कहंदे जिन्हों जवाब दिता ना पहला उहनूं भोग लवाओ। चेचे चल के गए। भाई कट्टू ने जदों वो छकिया मुड़ के ढकिया, दोबारा लैके आए, विचों सगंधी आउंदी शहद दी। कहंदे गुरमुखो मेरा ते मेरे सिखां दा कोई फर्क नहीं, सेव करी इन्हीं की भावत और की सेव सुहात ना जी को। इन्हां दी सेवा मैनूं चंगी लगदी है। इत्थे बस नहीं, गुरु का त्याग जिहड़ा है ये मुकण वाला नहीं। मैं बेनती की है, साडा गुरु कमर्शियल नहीं, कमर्शियल अज सारियां गल्लां कमर्शियल ने, कमर्शियल। आ प्रबंधक ने ना तुसीं 11,000 रुपया इत्थे जमा दे दिओ ते कहना जी 6वें पातशाह दा गुरपुरब जकारा छड्डो, बड़ा रिवाज है। मैं कहना ने मलक भागो दा जकारा, मलक भागो दा। असीं पैसे दे के जकारे छड़ा लांगे, भाई लालो दे कौन छड़ेगा? गुरु नानक ने भाई लालो नूं प्रेफरेंस दित्ती है, मलक भागो नूं नहीं। अज बदकिस्मती है, दुख दी बात है। असीं भाई लालो नूं पासे करके ते मलक भागो नूं चुकी जाने, ये गुरु नूं परवान नहीं जोड़ा। इत्थों तक असीं गिर गए हां। असीं कथा दे कीर्तन वाले भी नाल नोटां दी गिणती करदे हां, नाले कथावाचक, नाले अकाउंटेंट, नाले कीर्तन ते नाले अकाउंटेंट। गुरमुख प्यारा फलानु 500 दमड़ा कथा भेड़ कर गया ते जिन्हें 5 रुपये दिते मनमुख है। ये गुरसिख दा जीवन नहीं। गुरु का से गुरु वाले पासे वाल वेखे। तुसीं कहो ज्ञानी जी फिर तुहाडा गुजारा किवें चलेगा? गुजारा क्यों ना चलेगा? एक आम बंदे ने कुत्ता रखिया ते मालक नूं फिक्र है, जिहड़ा गुरु दे दर दा वजीर जे ओह भुखा मर गया ते बाकियां नूं कौन देवेगा? जे साडी अरदास करना तुहाडीआं लोड़ां पूरीआं हुंदियां ने ते साडी झोली ना भरेगा। तुसीं अरदास करो
कि असीं तुहाडी कौम दे धार्मिक आगू संतोखी होईए। साडी कहणी ते कथनी एक होवे। ये मैं थां थां ते गल कहना, मैनूं गिला है धर्म कमर्शियल नहीं, धर्म धारण दी लहर है। आ तुहाडे च बड़ी कमी जदों तुसीं सानूं प्रोग्रामां ते बुलाउंदे हो ना, प्रबंधक पहला फोन करते ज्ञानी जी माड़ा जिहा भेटा बारे दसो, जिन्ना ठोक के मंगदे ना कहिंदे भरे दीवान च टाइम देंगे, क्योंकि वड्डा ठेकेदार जो होया ਜਿਹੜਾ ਵੱਡਾ ਤੁਸੀਂ ਕਥਾ ਵਾਰ ਦੋ ਬਲਾਜ ਬੁਲਾ ਕੇ ਵੇਖਿਆ ਜੇ, ਜਿਹੜਾ ਬਹੁਤੇ ਮੰਗੇਗਾ ਉਹਨੂੰ ਕਿ ਭਰੇ ਦੀਵਾਨ ਚ, ਤੇ ਜਿਹਨੇ ਮੰਗੇ ਨਹੀਂ ਕਹਿੰਦੇ ਉਹ ਕੀ ਜਾਣਦਾ, ਕਿਉਂਕਿ ਠੇਕੇਦਾਰ ਨਹੀਂ ਨਾ। ਰੱਬ ਦਾ ਵਾਸਤਾ ਜੇ ਗੁਰੂ ਘਰਾਂ ਵਿੱਚੋਂ ਠੇਕਾ ਕੱਢੋ। ਧਰਮ ਕਮਰਸ਼ੀਅਲ ਨਹੀਂ, ਧਰਮ ਜੀਵਨ ਜਾਚ ਹੈ। ਬਾਬੇ ਬੁੱਢੇ ਦੀ ਕਿੰਨੀ ਤਨਖਾਹ ਸੀ ਕਿਤੇ ਲੱਭ ਕੇ ਵਿਖਾਓ। ਭਾਈ ਗੁਰਦਾਸ ਦੀ ਕੀ ਤਨਖਾਹ ਸੀ ਲੱਭ ਕੇ ਵਿਖਾਓ। ਸੱਤੇ ਬਲਵੰਡੇ ਨੇ ਮੰਗੇ ਪੈਸੇ ਤੇ ਜ਼ੀਰੋ ਹੋ ਗਿਆ, ਮੂੰਹ ਕਾਲਾ ਹੋਇਆ ਨਾ ਮੁੜ ਕੇ ਸੱਤੇ ਤੇ ਬਲਵੰਡੇ ਦਾ। गुरु समाध देवे सानू, असी निष्काम पासे वाल आइए। रो विचार मैं पासे ना जावां क्योंकि सूई टिकाने आ चली है। एक सिख भाई आकल वो गुरु रामदास दरबार को वरसाया है। गुरु रामदास की पातशाह तो रहमत प्राप्त की, नाम दान लिया है। ओदे कर बेटी जमी, ओदा नाम सूरती रखिया। जिहो जे मापे उहो जे बच्चे। ਅੱਜ ਬੜਾ ਗਲਤ ਰਿਵਾਜ ਚੱਲਿਆ ਜੇ, ਅਸੀਂ ਜਾਣੇ ਨਾ ਥਾਂ ਥਾਂ ਤੇ ਬਾਬਾ ਜੀ ਸਾਡੀ ਗੁੱਡੀ ਨੂੰ ਆਸ਼ੀਰਵਾਦ ਦਿਓ, ਬਾਣੀ ਨਹੀਂ ਪੜ੍ਹਦੀ। ਬਾਬੇ ਕੋਲ ਕਿਹੜਾ ਕਰੰਟ ਹੈ ਵੀ ਗੁੱਡੀ ਬਾਣੀ ਪੜ੍ਹਨ ਲੱਗ ਪਏਗੀ। ਇਹ ਪਖੰਡ ਜੇ ਆਸ਼ੀਰਵਾਦ ਨਾ, ਇਹ ਪਖੰਡਵਾਦ ਜੇ। ਆਸ਼ੀਰਵਾਦ ਪਖੰਡਵਾਦ ਹੈ। ਸਾਨੂੰ ਹਦਾਇਤ ਹੈ ਆਗੇ ਆਪ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਵਿਕਟਰੀ ਬਿਲੋਂਗਸ ਟੂ ਗੋਡ ਐਂਡ ਖਾਲਸਾ ਬਿਲੋਂਗਸ ਟੂ ਗੋਡ। ਅਸੀਂ ਵਾਹਿਗੁਰੂ ਨੂੰ ਪਾਸੇ ਕਰ ਦਿੱਤਾ, ਇਹ ਗੱਲ ਨਹੀਂ ਜੇ ਬਣਨੀ। जे वैगुरु खलोता ना करता पुर खलोआ, वाल ना मंगा हुआ। असीं जे कोई ज्ञानी है तो ओहदे गोडियां नूं चंबड़ी जाने, जे कोई कीर्तन वाला है तो ओहदे नूं चंबड़ी जाने। करो कृपा, ज्ञानी कृपा लभ के विखाओ बाणी च, रागी कृपा लभ के विखाओ। जिथे भी लिखा उत्थे लिखिया गुर प्रसाद, ज्ञानी प्रसाद नहीं, रागी प्रसाद नहीं, गुर प्रसाद। असीं गुर प्रसाद दे पात्र बणीए, गुरु दी कृपा दे पात्र बन जावांगे ना ते सारा कुछ मगर मगर आवेगा। बेटी जम्मी, ना रखिया सूरती। समय दे नाल बीबी दा विआह होया। वो जमाने च रिवाज सी, लागी लोग रिश्ते करते हुंदे सन। समय दे नाल तब्दीलियां होंदियां ने। जिवें पहिलां लागी करदे सन, साडे जमाने विचोले आए, हुण आ गए सीधा काम रिंग सैरेमनी, बिशर्म सैरेमनी। एक नवा काम चलिया, ਉਹਨੂੰ बड़ा फकर नाल कहणगे जी आ ज्ञानी जी तुसीं भी शामिल होया जे। काहदे लई? गुड्डी ते काके ने आखिर रिंग पाउणी। मैं कह तैनूं बिशर्म सैरेमनी है, रिंग सैरेमनी नहीं। क्यों? अजे विआह नहीं होया, गुरु दी हजूरी च नहीं गए, अजे पल्ला नहीं पकड़िया ते कुड़ी मुंडे दी उंगल फड़े, की बिशर्म पुणा नहीं? अगे ग्रंथी सिंह कहंदा सी भाई साहब बच्ची दा बाप पल्ला फड़ावे। हुण पल्ले फड़न तो पहलां इकट्ठियां फोटोआं लत्थियां हुंदियां ने। पल्ले फड़न तो पहला उथे शांति किथे? शांति तां रहेगी करता पुर खलोआ, वाल ना मंगा हो। गुरु कृपा करे गुरु विच होवे। लड़की विआह दित्ती, जोड़ी नूं तोरिया। साडे कोल सब तो वड्डी ताकत अरदास दी। जिहड़ी अरदास है ना, ये रीढ़ दी हड्डी है साडे धर्म दी, रीढ़ दी हड्डी। जी की बिरथा होए सो गुर पे अरदास कर। सिखा तैनू को दर्द है ना, बिरथा कहते पीड़ नूं, तेरी पीड़ जिहड़ी है। फिर जिवें आम है ज्ञानी तुसीं साडी अरदास करो, नहीं नहीं। ओनली द वीर नोज फिर द शू पिंचज। जिन्नू जुत्ती लगदी है ना, ओनू पता भी चुभदी कित्थों है। जिन्नू लगदी है ना गलीदा काम, ओनली द वीर नोज फिर द शू पिंचज। जिथों ओनू घुड़दी अगों घुड़दी जां अड्डी तो ओनू तां पता है ना। इस करके अखरां दे नाल अरदास नहीं, अरदास दिल दी भाषा है। विण बोलिया सब कोई जानदा किश आगे कीचे अरदास। ते जेड़ा बंदा बहुते घड़ घड़ के लफ्ज बनाउंदा ना, कहंदे फलानी अरदास करदी ते बट कड़ करते अपने भावें नाल निकल पर उन्हें कढ़ दित्ते। ते फिर साडे रिवाज चलिया भी कोई 50 दा नोट फड़ाउंदा है, कोई 20 दा फड़ाउंदा, कोई 100 दा फड़ाउंदा है। वो अरदास प्रवान नहीं होनी, क्योंकि अरदास करन वाला नोटां नूं गिण लिया, अरदास नहीं कर रहा। अरदास करने वाले लिए जरूरी है कंसंट्रेशन, एकाग्रता। ओदी एकाग्रता बड़ी नहीं। गुरु साडे ते किते कृपा करे, सानू एकाग्रता बख्शे, असी निष्काम हो जाइए, असी ऐदे तो उपर उठ जाइए। सिख ने धी दी डोली तोरी, कहन लगा महाराज मैं धी नूं जन्म दिता पर कर्म नहीं, कर्म आ दिंदा जी। तुहानूं बेअंत साखियां चेते ने आख्या सी बीबी देसां नूं
तेरे कर्मां च नहीं बीबी। ये साखी आप सारे जानते हैं। ਅੰਮ੍ਰਿਤਸਰ ਦੇ ਲਾਗੇ ਪਿੰਡ ਹੈ ਚੱਬਾ, ਜ਼ਮੀਨ ਬੜੀ ਹੈ। ਸ਼ਰੀਕਾਂ ਨੇ ਸਕੀਮਾਂ ਲਾਈਆਂ ਵੀ ਆਹ ਪੈੜੀ ਅਸੀਂ ਲੈਣੀ ਆ, ਤੁਸੀਂ ਲੈਣੀ ਹੈ। ਸ਼ਰੀਕਾਂ ਦੀ ਬੋਲੀਆਂ ਦੀ ਮਾਰੀ ਬੀਬੀ ਥਾਂ ਥਾਂ ਤੇ ਗਈ, ਧੌਂਕੜ ਤੇ ਟੱਲ ਖੜਕਾਏ, ਬੜਾ ਕੁਝ ਲਿਖਿਆ। ਤੇ ਕਿਸੇ ਨੇ ਆਖਿਆ ਬੀਬੀ ਦੀਵੇ ਥੱਲੇ ਹਨੇਰਾ, ਲੋਕੀ ਅੰਮ੍ਰਿਤਸਰ ਚੱਲ ਕੇ ਆਉਂਦੇ, ਤੂੰ ਧੌਂਕੜ ਤੁਰੀ ਫਿਰਦੀ ਆ। ਜਦੋਂ ਬਾਬਾ ਬੁੱਢਾ ਸਮੇਂ ਚੜਾਈ ਕੀਤੀ ਨਾ, ਉਸ ਸਮੇਂ ਦੀ ਗੱਲ ਜੇ ਬੀਬੀ ਦੇ ਮਨ ਤੇ ਲੱਗੀ ਹੈ ਤੇ ਉਹ ਰਮਦਾਸ ਚਲੀ ਗਈ। ਜਿਹੜੀ ਘਟਨਾ ਵਾਪਰੀ 7 ਪੁੱਤਾਂ ਦੀ, ਇਹ ਰਮਦਾਸ ਲੱਗਦੀ ਹੈ। ਗੁਰੂ ਪਾਤਸ਼ਾਹ ਬਾਹਰ ਗਏ ਨੇ ਤੇ ਜਾ ਕੇ ਹੱਥ ਜੋੜੇ, ਪਾਤਸ਼ਾਹ ਕਰੋ ਕਿਰਪਾ। ਸਤਿਗੁਰੂ ਪਾਤਸ਼ਾਹ ਕਹਿੰਦੇ ਬੀਬੀ ਤੇਰੀ ਕਰਮਾਂ ਚ ਨਹੀਂ। ਮਨ ਮਯੂਸ ਹੋ ਗਿਆ। ਭਾਈ ਗੁਰਦਾਸ ਵੀ ਨਾਲ ਨੇ। ਬੀਬੀ ਰੋਈ ਤੇ ਭਾਈ ਗੁਰਦਾਸ ਹੱਸ ਕੇ ਕਹਿਣ ਲੱਗਾ ਮੇਰੀ ਕਮਲੀ ਭੈਣ ਗੁਰੂ ਦੇ ਘਰ ਵਿੱਚ ਰੋਈ ਜਾਣੀ ਹੈ। ਕਹਿਣ ਲੱਗੀ ਭਾਈ ਸਾਹਿਬ ਕੀ ਕਰਾਂ, ਬੜੀ ਝਾਕ ਰੱਖ ਕੇ ਆਈ ਸਾਂ ਵੀ ਮੇਰੇ ਘਰ ਔਲਾਦ ਨਹੀਂ ਤੇ ਗੁਰੂ ਪੁੱਤਰ ਦੇਵੇਗਾ। ਤੇ ਕਹਿਣ ਲੱਗਾ ਭੋਲੀਏ ਭੈਣੇ ਐਵੇਂ ਮਨ ਨਹੀਂ ਤੋੜੀਦਾ, ਗੁਰੂ ਘਰ ਚੋਂ ਆਸਾਂ ਪੂਰੀਆਂ ਹੁੰਦੀਆਂ ਨੇ। ਮੈਂ ਕਥਾਵਾਚਕ ਮੈਨੂੰ ਭਾਈ ਗੁਰਦਾਸ ਕਹਿੰਦੇ ਨੇ। ਮੈਂ ਸ਼ਬਦ ਪੜਿਆ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇਂ। ਮੇਰੇ ਮਨਾ ਜਪ ਮਾਨ ਸਤਨਾਮ ਸਦਾ ਸਤਨਾਮ, ਹਲਕ ਪਲਕ ਮੁਖ ਉਜਲ ਹੋਈਐ ਨਿਤ ਧਿਆਈ ਹਰ ਪੁਰਖ ਨਿਰੰਜਨ। ਲਿਆ ਕਰਮ ਦਵਾਤ। ਗੁਰੂ ਪਾਤਸ਼ਾਹ ਜਦੋਂ ਆਏ ਤੇ ਭਾਈ ਗੁਰਦਾਸ ਨੇ ਬੁੱਗਣ ਮਾਰੀ। ਮੱਘਰ ਦਾ ਮਹੀਨਾ ਸੀ ਤੇ ਗੁਰਦੇਵ ਨੇ ਆਖਿਆ ਬੀਬੀ ਮੈਂ ਤੈਨੂੰ ਕਿਹਾ ਵੀ ਤੇਰੇ ਪਹਿਲਾਂ ਭਾਗਾਂ ਚ ਨਹੀਂ। ਤੇ ਭਾਈ ਗੁਰਦਾਸ ਕਹਿਣ ਲੱਗਾ ਜੇ ਭਾਗਾਂ ਚ ਦੀ ਤੇਰੇ ਕੋਲ ਕਾਹਨੂੰ ਆਉਂਦੀ। ਇੱਥੇ ਲਿਖਣ ਵਾਲਾ ਵੀ ਤੂੰ, ਉੱਥੇ ਲਿਖਣ ਵਾਲਾ ਵੀ ਤੂੰ, ਕਰਦੇ ਕਿਰਪਾ। ਮੇਰੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਨਾ ਰਿਓ। ਤੇ ਕਹਿਣ ਲੱਗਾ ਜੀ ਰਵਾਂ ਵੀ ਕਿਵੇਂ। ਮੇਰੇ ਪਾਤਸ਼ਾਹ ਨੇ ਕਲਮ ਫੜੀ। ਆਪਾਂ ਕਹਿੰਦੇ ਜੀ ਅਖੇ ਗੁਰੂ ਪਾਤਸ਼ਾਹ ਇੱਕ ਲਿਖਣ ਲੱਗੇ ਤੇ ਘੋੜੇ ਨੇ ਦੁੰਬ ਲਾ ਦਿੱਤਾ। ਇਹਦਾ ਭਾਵ ਘੋੜੇ ਨੇ ਛੇ ਦਿੱਤੇ? ਨਹੀਂ, ਭਾਵੇਂ ਘੋੜੇ ਨੇ ਦੁੰਬ ਲਾਇਆ ਪਰ ਲਿਖਿਆ ਤਾਂ ਗੁਰੂ ਦੀ ਕਲਮ ਨੇ ਨਾ। ਜੇ ਗੁਰੂ ਦੀ ਆਗਿਆ ਤੇ ਸੂਰਜ ਤੇ ਚੰਦਰਮਾ, ਘੋੜਾ ਵੀ ਗੁਰੂ ਕੀ ਆਗਿਆ ਚ। ਆਪਾਂ ਆਸਾ ਦੀ ਵਾਰ ਪੜ੍ਹਦੇ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾਮ। ਜਿਹੜੀ ਮੈਂ ਗੱਲ ਕਹਿਣ ਲੱਗਾ ਸਾਂ ਕਹਿ ਕੇ ਸਮਾਪਤੀ ਕਰਾਂ। ਅਰਦਾਸ ਕੀਤੀ ਧੀਏ ਮੈਂ ਜਨਮ ਦਿੱਤਾ ਕਰ ਮੇਰੇ ਬਸ ਵਿੱਚ ਨਹੀਂ। ਧੀ ਦੀ ਡੋਲੀ ਤੁਰ ਪਈ। ਬੱਚੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਆਪਾਂ ਧਿਆਨ ਧਰੀਏ ਕੀ ਸਾਡੀ ਧੀ ਤੁਰ ਲੱਗਿਆ ਜਪਜੀ ਸਾਹਿਬ ਦਾ ਪਾਠ ਕਰਦੀ ਜਦੋਂ ਅਸੀਂ ਉਹਨੂੰ ਤੋਰਦੇ ਆ। ਸਿੱਖ ਦੀ ਧੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਚੇੜ ਦਾ ਮਹੀਨਾ, ਡੋਲੀ ਦੇ ਕੋਲ ਦੀ ਲੰਘਣ ਲੱਗੇ। ਆਸਾ ਦੀ ਵਾਰ ਦੀ ਆਵਾਜ਼ ਬੀਬੀ ਦੇ ਕੰਨਾਂ 'ਚ ਪਈ। ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤਨ ਲਾਗੀ ਵਾਰ। ਮਹੱਲਾ ਦੂਜਾ। ਜੇ ਸੋ ਚੰਦਾ ਉਗਵੈ ਸੂਰ ਚੜੇ ਹਜ਼ਾਰ, ਇਹ ਤੇ ਚੰਨ ਹੁੰਦਿਆਂ ਗੁਰਬਿਨ ਕੋਰ ਅੰਧਾਰ। ਤੇ ਕਹਿਣ ਲੱਗੀ ਤਾਇਆ ਆਪਣੇ ਕਰਮ ਜਾਗੇ ਜੇ, ਆਪਾਂ ਗੁਰੂ ਪਾਤਸ਼ਾਹ ਨੂੰ ਮੱਥਾ ਟੇਕ ਚਲੀਏ। ਪਤਾ ਨਹੀਂ ਮੇਰੇ ਕਰਮਾਂ 'ਚ ਮੁੜ ਕੇ ਲਿਖਿਆ ਕਿ ਨਹੀਂ ਲਿਖਿਆ, ਕਿਉਂਕਿ ਮੈਂ ਸਹੀ ਸਰਵੀਆਂ ਦੇ ਵਿਆਹ ਹੀ ਗਈ ਆ। ਉਹਦਾ ਪਤੀ ਭਾਈ ਸਾਧੂ ਮਗਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਜਾ ਕੇ ਮੱਥਾ ਟੇਕਿਆ। ਬੀਬੀ ਦਾ ਮਨ ਭਰਿਆ ਤੇ ਭੁੱਬਾਂ ਮਾਰ ਕੇ ਰੋ ਪਈ। ਗੁਰਦੇਵ ਕਹਿੰਦੇ ਧੀਏ ਰਾਣੀਏ ਆ ਵੇੜਾ ਰੋਣ ਦਾ ਨਹੀਂ। ਇਹ ਵੇੜਾ ਆਪਾਂ ਨੂੰ ਗੁਰੂ ਬਾਬਾ ਕਹਿ ਗਿਆ ਅੰਮ੍ਰਿਤ ਵੇੜਾ। ਸੱਚ ਨਾਉ ਵਡਿਆਈ ਵਿਚਾਰ, ਇਹ ਕਰਤੇ ਦੀ ਵਡਿਆਈ ਕਰਨ ਦਾ ਮੌਕਾ। ਧੀਏ ਤੂੰ ਰੋਈ ਜਾਨੀ ਏ। ਕਹਿਣ ਲੱਗੀ ਮਹਾਰਾਜ ਕਿਵੇਂ ਕਰਾਂ, ਮੈਂ ਸਖੀ ਸਰਵੀਆਂ ਦੇ ਵਿਆਹੀ ਗਈ ਆ। ਇਹਨਾਂ ਮੈਨੂੰ ਬਾਣੀ ਨਹੀਂ ਪੜਨ ਦੇਣੀ। ਗੁਰਦੇਵ ਕਹਿੰਦੇ ਬੀਬੀ ਉਹ ਜ਼ਮਾਨਾ ਚਲਾ ਗਿਆ, ਤੂੰ ਗੁਰੂ ਨਾਨਕ ਦੇ ਦਰ ਤੇ ਮੱਥਾ ਟੇਕਿਆ, ਤੇਰੇ ਕਰਮ ਬਦਲ ਗਏ। ਤੂੰ ਤਾਂ ਬ੍ਰਹਮ ਗਿਆਨੀ ਦੀ ਮਾਂ ਬਣਨਾ ਹੈ। ਤੇਰੀ ਕੁੱਖ ਤੋਂ ਤਾਂ ਬ੍ਰਹਮ ਗਿਆਨੀ ਨੇ ਪੈਦਾ ਹੋਣਾ। ਜਦੋਂ ਘਰ ਗਏ, ਅਜੇ ਵਿਆਹ ਕਰਕੇ ਘਰ ਵੜਿਆ ਤੇ ਇਹਨੇ ਜਾ ਕੇ ਜਿਹੜੇ ਉਹ ਆਲਿਆ ਦਵਾਕੇ ਬਣੇ ਸਨ ਨਾ, ਵੀਰਵਾਰ ਵਾਲੇ ਦੀਵੇ ਵਾਲੇ ਨੇ ਜਾ ਕੇ ਢਾਹ ਦਿੱਤੇ। ਲੋਕੀ ਕਹਿਣ ਲੱਗੇ ਗੁਰੂ ਨੂੰ ਮੱਥਾ ਟੇਕਿਆ, ਇਹਦੀ ਮੱਤ ਮਾਰੀ ਗਈ, ਸਖੀ ਸਰਵਨ ਰਾਜ ਹੋ ਗਿਆ। ਕਹਿਣ ਲੱਗਾ ਮੱਤ ਮਾਰੀ ਨਹੀਂ ਗਈ, ਮੱਤ ਆਈ ਹੋਣਾ। ਹੁਣ ਮਾਰੀ ਨਹੀਂ ਗਈ, ਆਈ ਹੋਣਾ। ਮੈਂ ਕਬਰਾਂ ਦਾ ਸਿੱਖ ਨਹੀਂ, ਮੈਂ ਗੁਰੂ ਦਾ ਸਿੱਖ ਹਾਂ। ਸਮੇਂ ਦੇ ਨਾਲ ਉਹਨਾਂ ਦੇ ਘਰ ਬੱਚਾ ਪੈਦਾ ਹੋਇਆ, ਗੁਰੂ ਪਾਤਸ਼ਾਹ ਦੀ ਝੋਲੀ 'ਚ ਪਾਇਆ। ਬੱਚੇ ਦੇ ਕਿੰਨੇ ਕਰਮ ਚੰਗੇ ਹੋਣਗੇ। ਸਤਿਗੁਰੂ ਪਾਤਸ਼ਾਹ ਨੇ ਮੱਥਾ ਪਲੋਸਿਆ ਤੇ ਕਹਿਣ ਲੱਗੇ ਧੀਏ ਇਹਦਾ ਨਾਂ ਰੂਪਚੰਦ ਰੱਖਦੇ। ਰੂਪਚੰਦ ਰੱਖਿਆ ਗਿਆ। ਕਿਰਤੀ ਸਿੱਖ ਸਨ, ਲੱਕੜਾਂ ਕੱਟ ਕੇ ਗੁਜ਼ਾਰਾ ਕਰਨਾ। ਸਮੇਂ ਦੇ ਨਾਲ ਪਿਓ ਪੁੱਤ ਲੱਕੜਾਂ ਕੱਟਣ ਗਏ। ਬਾਪ ਦਾ ਨਾਮ ਸਾਧੂ, ਬੇਟੇ ਦਾ ਨਾਮ ਰੂਪਚੰਦ।
ਪਾਣੀ ਦਾ ਕੂਨਾ ਢਰਕੇ ਜਿਹਨੂੰ ਆਪਾਂ ਮਸ਼ਕੇ ਦੇ ਨੇ ਜਣ ਤੇ ਟੰਗਿਆ, ਪਿਆਸ ਲੱਗੀ, ਜੇਠ ਦਾ ਮਹੀਨਾ ਤੇ ਪਿਓ ਕਹਿਣ ਲੱਗਾ ਪੁੱਤ ਪਾਣੀ ਲਾ, ਪਿਆਸ ਬੜੀ ਲੱਗੀ ਹੈ। ਜਦੋਂ ਪਾਣੀ ਲਾਇਆ ਨਾ, ਅਗਲ ਕਿਸੇ ਦੀ ਪਿਓ ਦੀ ਨਹੀਂ, ਅਗਲ ਦਾ ਸੰਬੰਧ ਵਰਿਆਂ ਨਾਲ ਨਹੀਂ, ਇਹ ਰਹਿਮਤ ਦੀ ਬਾਤ ਹੈ। ਜਦੋਂ ਪੁੱਤ ਨੇ ਪਾਣੀ ਲਾਇਆ ਤੇ ਕਹਿਣ ਲੱਗਾ ਬਾਪੂ ਇੱਕ ਮੇਰੀ ਗੱਲ ਮੰਨੇ, ਕਹਿਣ ਲੱਗਾ ਦੱਸ ਪੁੱਤ, ਕਹਿੰਦਾ ਪਾਣੀ ਜੇ ਕਿਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਪੀ ਲੈ ਨਾ ਤੇ ਆਪਣਾ ਜੰਮਣ ਤੇ ਮਰਨ ਕੱਟਿਆ ਜਾਏ, ਮੁਰਾਦਾਂ ਪੂਰੀਆਂ ਹੋ ਜਾਣ। ਤੇ ਪਿਓ ਕਹਿਣ ਲੱਗਾ ਭੋਲਿਆ ਬੱਚਿਆ ਕਿਹੋ ਜਿਹੀਆਂ ਗੱਲਾਂ ਕਰਦਾ, ਜਿਹਨੂੰ ਤੋਪਾਂ ਚੜ੍ਹਦੀਆਂ ਨੇ, ਜਿਹਨੂੰ ਦਿਸ਼ਾਲੇ ਭੇਟ ਹੁੰਦੀ, ਉਹ ਆਪਣੇ ਗਰੀਬਾਂ ਦੇ ਪਾਣੀ ਤੇ ਆਏਗਾ। ਬੰਦੇ ਦੇ ਜੀਵਨ 'ਚ ਮਾਂ ਦਾ ਬੜਾ ਅਸਰ ਹੈ। ਅੰਗਰੇਜ਼ੀ ਵਾਲੇ ਭਰਾ ਕਹਿੰਦੇ ਮਦਰ ਇਜ਼ ਦੀ ਬਿਲਡਰ ਆਫ ਨੇਸ਼ਨ। ਜਿਸ ਕੌਮ ਦੀ ਮਾਂ ਕਮਜ਼ੋਰ ਹੋ ਗਈ ਉਹ ਕੌਮ ਅੱਜ ਵੀ ਗਈ ਤੇ ਕੱਲ ਵੀ ਗਈ। ਕਦੇ ਸਾਡੀ ਕੌਮ ਵਿੱਚ ਤਾਰੂ ਸਿੰਘ ਨੂੰ ਲੈ ਕੇ ਚੱਲੇ ਨੇ ਤੇ ਤਾਰੂ ਸਿੰਘ ਦੀ ਮਾਂ ਨੇ ਆਖਿਆ ਸੀ ਬਾਜਾਂ ਵਾਲਿਆ ਇਹ ਪੁੱਤ ਦੀਆਂ ਮੀਡੀਆਂ 'ਚ ਦਹੀਂ ਪਾ ਪਾ ਕੇ ਤੇ ਮੈਂ ਖਿੱਚ ਖਿੱਚ ਕੇ ਵੱਡੀਆਂ ਕੀਤੀਆਂ ਨੇ, ਮੇਰਾ ਪੁੱਤ ਰੱਖੜੀ ਤੇ ਭਾਵੇਂ ਚੜ ਜੇ ਪਰ ਕੇਸ ਨਾ ਮਨਾਏ। ਤੇ ਜਿਹੜੀ ਮਾਂ 'ਚ ਗੁੱਤ ਵੜਦੀ ਤੇ ਬਰੋਟੇ ਬਣਾਉਂਦੀ, ਉਸ ਮਾਂ ਦੀ ਕੁੱਖ ਤੋਂ ਗੁਰਸਿੱਖ ਕਿਵੇਂ ਪੈਦਾ ਹੋਏਗਾ? ਮੈਂ ਹੱਸਣਾ ਨਹੀਂ ਮੇਰੀ ਗੱਲ ਤੇ, ਮੈਂ ਹਸਾਉਣ ਲਈ ਨਹੀਂ ਕਹਿ ਰਿਹਾ। ਅੱਜ ਮਾਂ ਨਹੀਂ ਰਹੀ, ਬੇੜਾ ਗਰਕ ਹੋ ਗਿਆ। ਗੁਰੂ ਕਿਰਪਾ ਕਰੇ ਸਾਨੂੰ ਚੰਗੀ ਮਾਂ ਬਖਸ਼ੇ। ਕਿਤੇ ਬਾਬੇ ਫਰੀਦ ਦਾ ਜੀਵਨ ਪੜ੍ਹਨਾ। ਕਹਿਣ ਲੱਗਾ ਮੇਰੀ ਬੇਬੇ ਕਹਿੰਦੀ ਹੁੰਦੀ, ਬੇਬੇ ਬਾਪੂ ਰਾਮਚੰਦਰ ਜੀ ਨੇ ਭਿਰਨੇ ਦੇ ਬੇਰ ਖਾਧੇ, ਭਗਵਾਨ ਕ੍ਰਿਸ਼ਨ ਨੇ ਬਿਦਰ ਦਾ ਲੂਣਾ ਸਾਗ ਖਾਧਾ, ਤੇ ਗੁਰੂ ਨਾਨਕ ਪਾਤਸ਼ਾਹ ਮਦੀਨੇ ਤੋਂ ਚੱਲ ਕੇ ਸੁਲਤਾਨਪੁਰ ਆਏ ਭੈਣ ਦੀ ਰੋਟੀ ਖਾਣ ਲਈ। ਇਹ ਗੁਰੂ ਨਾਨਕ ਨਹੀਂ, ਉਹ ਤਾਂ ਭੈਣ ਸੀ ਰੋਟੀ ਖਾਧੀ, ਆਪਾਂ ਰੋਟੀ ਜੋਗੇ ਨਹੀਂ, ਆਪਾਂ ਪਾਣੀ ਪੀਉਣ ਜੋਗੇ ਆ। ਮੇਰੀ ਮਨ ਕਹਿਣ ਲੱਗਾ ਚੰਗਾ ਪੁੱਤਰ ਤੇਰੀ ਮਰਜ਼ੀ। ਜਿਹੜੀ ਦਿਲ ਦੀ ਤਾਰ ਸੀ ਪਹੁੰਚੀ। ਗੁਰੂ ਅਰਜਨ ਸੱਚੇ ਪਾਤਸ਼ਾਹ ਡੋਲੀ ਸਵਾਏ ਮਾਨ ਨੇ ਘੋੜੇ ਤੇ ਚੜੇ ਚੜਾਏ ਬਣਾ ਕਾਠੀ ਤੋਂ ਆਏ। ਕਹਿੰਦੇ ਗੁਰਮੁਖੋ ਮੈਨੂੰ ਪਿਆਸ ਲੱਗੀ ਹੈ, ਕੋਈ ਸੁਣਦਾ ਗਿਣਦਾ? ਸਾਧੂ ਕਹਿੰਦਾ ਆ ਗਏ ਜਿਨ੍ਹਾਂ ਨੂੰ ਡਿੱਗਦਾ ਸਾਂ ਪੁੱਤ। ਪਾਤਸ਼ਾਹ ਕਹਿਣ ਲੱਗੇ ਲਿਆਓ ਭਾਈ ਜਲ ਛਕੀਏ। ਰੂਪਚੰਦ ਕਹਿਣ ਲੱਗਾ ਜੀ ਅਸੀਂ ਤੁਹਾਡੀਆਂ ਮੰਨੀਆਂ ਤੇ ਮੰਨਦੇ ਰਵਾਂਗੇ ਕਿ ਸਾਡੀ ਵੀ ਮੰਨ। ਹਜੂਰ ਹੱਸ ਕੇ ਕਹਿਣ ਲੱਗੇ ਬੱਚੂ ਕੀ ਕਹਿੰਦਾ? ਕਹਿੰਦਾ ਜੇ ਮੈਂ ਪਾਣੀ ਪੀਤਾ ਤੇ ਝੂਠਾ ਹੋ ਜਾਏਗਾ, ਜੇ ਤੂੰ ਪੀ ਲਿਆ ਤੇ ਪ੍ਰਸ਼ਾਦ ਬਣ ਜਾਏਗਾ, ਇੱਕ ਸਾਡੀ ਮੰਨ। ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਜਲ ਛਕਿਆ, ਭਾਈ ਸਾਧੂ ਨੇ ਛਕਿਆ, ਭਾਈ ਰੂਪਚੰਦ ਨੇ ਛਕਿਆ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਰੂਪਿਆ ਤੇਰਾ ਘਰ ਮੇਰਾ ਘਰ, ਮੇਰਾ ਘਰ ਤੇਰਾ ਘਰ। ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਹ ਜੇ ਜਿਹੜਾ ਕਿ ਪਾਣੀ ਦੀ ਘੁੱਟ ਤੇ ਆਪਣੇ ਨਾਲ ਇੱਕ ਬਿਕ ਹੋ ਕਰ ਲੈਂਦਾ ਜੇ। ਜੇ ਉਸ ਗੁਰੂ ਦਾ ਪੁਰਬ ਮਨਾ ਰਹੇ ਹੋ ਨਾ ਤੇ ਉਸ ਗੁਰੂ ਦੇ ਸਿਧਾਂਤ ਨੂੰ ਅਪਣਾਓ, ਉਹਦੇ ਤੇ ਚੱਲਣ ਦਾ ਯਤਨ ਕਰੋ। ਇਹ ਗੁਰੂ ਪਾਤਸ਼ਾਹ ਸਾਨੂੰ ਸਮਝ ਦੇਣ। ਗੁਰੂ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ। ਇੱਕ ਗਰਾਈ ਤੁਹਾਡੇ ਕੋਲ ਇਹ ਹੈ, ਅਸੀਂ ਚਿੱਟੇ ਕੱਪੜੇ ਪਾ ਕੇ ਤੁਹਾਡੇ ਕਥਾ ਸੁਣਾਉਣੇ, ਕੀਰਤਨ ਸੁਣਾਉਣੇ ਆ। ਤੁਸੀਂ ਸਾਡੇ ਲਈ ਗੁਰੂ ਅੱਗੇ ਅਰਦਾਸ ਕਰੋ ਕਿ ਅਸੀਂ ਜਿੰਨਾ ਚਿਰ ਜਿਉਂਦੇ ਆ ਸਾਡੇ ਕੱਪੜਿਆਂ ਨੂੰ ਦਾਗ ਨਾ ਲੱਗੇ। ਜਦੋਂ ਦੁਨੀਆ ਤੋਂ ਜਾਈਏ ਉਦੋਂ ਉਜਲੇ ਕੱਪੜੇ ਲੈ ਕੇ ਜਾਈਏ। ਇਹ ਸਾਡੇ ਲਈ ਤੁਸੀਂ ਅਰਦਾਸ ਕਰੋ। ਇਹ ਤੁਹਾਡੇ ਕੋਲ ਮੈਂ ਖੈਰ ਮੰਗਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।